ਉਹਨਾਂ ਦੇ ਸਾਹਿਬਜ਼ਾਦੇ ਕਿਵੇਂ ਵਿਛੋੜਾ ਪਿਆ, ਕਿਵੇਂ ਉਹਨਾਂ ਸ਼ਹਾਦਤਾਂ ਦਿੱਤੀਆਂ। ਇਤਿਹਾਸ ਸਰਵਨ ਕੀਤਾ। ਉੱਥੇ ਹੀ ਗੁਰਮੁਖਾਂ ਪਾਸੋਂ ਆਪਾਂ ਸਤਿਗੁਰ ਦੀ ਬਾਣੀ ਦਾ ਗਿਆਨ ਲੈ ਰਹੇ ਸੀ। ਜਿਹੜਾ ਆਪਾਂ ਗੁਰਮੁਖਾਂ ਪਾਸੋਂ ਸਰਵਨ ਕਰ ਰਹੇ ਸੀ, ਹੈ ਕੋ ਐਸੋ ਹਮਰਾ ਮੀਤ। ਸਭ ਤੋਂ ਪਹਿਲਾਂ ਤਾਂ ਸਾਨੂੰ ਮਿੱਤਰ ਦੀ ਸੰਜੋਗੀ ਦੀ ਜਾਣਕਾਰੀ ਆ ਜਾਵੇ, ਕਿਉਂਕਿ ਸਤਿਗੁਰੂ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਸੰਸਾਰ ਦੇ ਅੰਦਰ ਅਸਲੀ ਸਾਡਾ ਮਿੱਤਰ, ਅਸਲੀ ਸਾਡਾ ਸੰਜੋਗੀ, ਮੀਤ ਭਾਈ, ਜਿਹੜਾ ਸਾਨੂੰ ਉਸ ਮਾਲਿਕ ਨਿਰੰਕਾਰ ਦੀ ਜਾਣਕਾਰੀ ਉਸ ਦਾ ਸਾਨੂੰ ਭੇਜ ਦਿੰਦਾ ਹੈ, ਜਿਹੜਾ ਸਾਨੂੰ ਉਸ ਮਾਲਿਕ ਨਿਰੰਕਾਰ ਦਾ ਗਿਆਨ ਸੋਝੀ ਬਖਸ਼ਿਸ਼ ਕਰਦਾ, ਜਿਹਦੀ ਵਰਤਾਏ ਪਾਤਸ਼ਾਹ ਸਾਨੂੰ ਗੁਰਬਾਣੀ ਦਾ ਰਾਹੀਂ ਸਮਝਾਉਂਦੇ ਆ। ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ। ਉਵੇਂ ਤਾਂ ਸੰਸਾਰ ਦੇ ਵਿੱਚ ਆਪਾਂ ਸੱਜਣ ਬਣਾਉਣੇ ਆ, ਮਿੱਤਰ ਬਣਾਉਣੇ ਆ, ਲੇਕਿਨ ਉਹ ਮਿੱਤਰਤਾਈ ਜਿਹੜੀ ਸਾਡੀ ਆ, ਉਹ ਸੱਜਣ ਸਾਡੇ ਸਾਨੂੰ ਸਗੋਂ ਹਰੀ ਤੋਂ ਦੂਰ ਕਰਨ ਵਾਲੇ, ਜਿਨ੍ਹਾਂ ਨੂੰ ਆਪ ਗਿਆਨ ਨੇ, ਜਿਨ੍ਹਾਂ ਨੂੰ ਆਪ ਸੋਝੀ ਨਹੀਂ। ਤਾਂ ਹੀ ਸਤਿਗੁਰ ਦੇ ਚਰਨਾਂ ਦੇ ਅੰਦਰ ਗੁਰਮੁਖਾਂ ਨੇ ਅਰਦਾਸਾਂ ਕੀਤੀਆਂ ਨੇ, ਬੇਨਤੀਆਂ ਕੀਤੀਆਂ ਕਿ ਐਸਾ ਸੱਜਣ ਮਿਲ ਜਾਏ। ਉਵੇਂ ਤਾਂ ਸੰਸਾਰ ਦੇ ਵਿੱਚ ਅਸੀਂ ਮਿੱਤਰ ਬਹੁਤ ਬਣਾ ਲਏ, ਲੇਕਿਨ ਸਾਡੇ ਮਨ ਨੂੰ ਸੁੱਖ ਨਹੀਂ ਮਿਲਦਾ, ਆਨੰਦ ਨਹੀਂ ਮਿਲਦਾ ਇਹਨਾਂ ਦਾ ਸੰਗ ਕਰਕੇ। ਮਿੱਤਰ ਸਾਡਾ ਉਹ ਜਿਹੜਾ ਸਾਡੇ ਦੁੱਖ ਨੂੰ ਦੂਰ ਕਰੇ, ਇਹ ਨਹੀਂ ਮਿੱਤਰ ਕਿ ਸਾਨੂੰ ਦੁੱਖ ਵਿੱਚ ਲੈ ਜਾਵੇ। ਤਾਂ ਹੀ ਗੁਰਬਾਣੀ ਦੇ ਵਿੱਚ ਪਾਤਸ਼ਾਹ ਕਹਿੰਦੇ, ਮਿੱਤਰ ਕਨੇਰੇ ਕਰ ਥਕੀ, ਮੇਰਾ ਦੁੱਖ ਕਾਟੈ ਕੋਈ। ਸੰਸਾਰ ਦੇ ਵਿੱਚ ਬਹੁਤ ਮਿਲ ਕੇ ਦੇਖ ਲਿਆ, ਲੇਕਿਨ ਐਸਾ ਨਹੀਂ ਮਿਲਿਆ ਜਿਹੜਾ ਸਾਡੇ ਦੁੱਖ ਨੂੰ ਖਤਮ ਕਰ ਦੇ। ਜਿਹੜਾ ਮਨ ਸਾਡਾ ਦੁਖੀ ਹੈ, ਜਿਹੜਾ ਭਟਕਣਾ ਵਿੱਚ, ਭਰਮ ਦੇ ਵਿੱਚ ਹੈ। ਹੁਣ ਸਤਿਗੁਰ ਦੇ ਵਚਨ ਆਪਾਂ ਸਰਵਨ ਕਰ ਰਹੇ ਸੀ। ਕੋਈ ਐਸਾ ਮਿੱਤਰ ਹੈ ਜਿਸ ਦੇ ਮਿਲਾਪ ਦੇ ਨਾਲ ਸਾਡੇ ਬੰਧਨ ਕੱਟੇ ਜਾਣ, ਜਿਸ ਦੇ ਮਿਲਾਪ ਦੇ ਨਾਲ ਸਾਡਾ ਦੁੱਖ ਕੱਟਿਆ ਜਾਵੇ, ਵਿਚਾਰ ਖਤਮ ਹੋ ਜਾਣ, ਜਿਸ ਦੀ ਵਰਤਾਏ ਆਪਾਂ ਸਰਵਨ ਕਰ ਰਹੇ ਸੀ ਪਾਤਸ਼ਾਹ ਦੇ ਵਚਨ। ਹੈ ਕੋ ਐਸੋ ਹਮਰਾ ਮੀਤ, ਬੰਧਨ ਤੇ ਛੁਟਕਾਵੇ, ਪ੍ਰਭੂ ਮਿਲਾਵੇ, ਹਰ ਹਰ ਨਾਮ ਸੁਣਾਵੇ। ਉਹਨਾਂ ਚਿਰ ਅਸੀਂ ਇਹ ਬੇਨਤੀ ਕਰ ਨਹੀਂ ਸਕਦੇ ਜਿੰਨਾ ਚਿਰ ਸਾਨੂੰ ਬੰਧਨਾਂ ਦਾ ਗਿਆਨ ਨਹੀਂ। ਸਾਨੂੰ ਗਿਆਨ ਹੀ ਨਹੀਂ ਕਿ ਅਸੀਂ ਬੰਧਨਾਂ ਵਿੱਚ ਵੱਜੇ ਹੋਏ ਹਾਂ। ਅਸੀਂ ਤਾਂ ਸਗੋਂ ਉਹਨਾਂ ਬੰਧਨਾਂ ਦੇ ਵਿੱਚ ਵੱਜ ਕੇ ਖੁਸ਼ੀ ਮਹਿਸੂਸ ਕਰਦੇ ਹਾਂ। ਸਾਡਾ ਉਹਨਾਂ ਬੰਧਨਾਂ ਤੋਂ ਮੁਕਤ ਹੋਣ ਦਾ ਇਹ ਮਨ ਨਹੀਂ, ਕਿਉਂਕਿ ਪਿਆਰ ਹੀ ਸਾਡਾ ਉਹਨਾਂ ਨਾਲ ਇੰਨਾ ਪੈ ਚੁੱਕਾ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਆਪਾਂ ਨੂੰ ਉਹਨਾਂ ਬੰਧਨਾਂ ਦਾ ਗਿਆਨ ਦਿੱਤਾ ਤਾਂ ਕਿ ਸਾਨੂੰ ਸੋਝੀ ਆ ਜੇ, ਸਾਨੂੰ ਭੇਤ ਆ ਜੇ। ਤੇ ਜਿੰਨਾ ਚਿਰ ਸਾਨੂੰ ਭੇਤ ਨਹੀਂ, ਓਨਾ ਚਿਰ ਅਸੀਂ ਉਹਦੇ ਤੋਂ ਮੁਕਤ ਹੋਣ ਦਾ ਯਤਨ ਨਹੀਂ ਕਰਦੇ। ਜਿੰਨਾ ਚਿਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਬੱਝੇ ਹੋਏ ਆ, ਅਸੀਂ ਕੈਦੀ ਬਣੇ ਹੋਏ ਆ,
सानू कैदी बनाया होया, सानू बन्निया होया। जिन्ना चिर सानू ये नहीं ज्ञान आउंदा उन्ना चिर असीं यतन नहीं करते कि असीं मुक्त होईए, असीं छुटकारा करिए। आओ सतगुर की बाणी के राही आपां अपने आप का ज्ञान लैना, अपने आप की सोझी लैनी कि सानू पहलां पता लग जे, सानू भेत आ जे इन्हां बंधनां दा। जिहड़ा सतगुर की बाणी दे अंदर आपां नूं ज्ञान दिता जा रहा, आपां नूं सोझी दिती जा रही। सब तो पहलां तां जदों आपां इस संसार दे विच आउंदे हां, ये सानू मानस जन्म प्राप्त होया। इहदे विच आउंदियां तो ही साडे बंधन शुरू हो जाते हैं। सब तो पहला संसार दे विच आए, साडा इत्थे जन्म होया। जन्म होने दे नाल ही मालिक निरंकार दे नाल विछोड़ा पिया, मन ने विराग कीता। ये विराग दे नाल ही माता ने सानू खुराक देनी शुरू कर दी, दुध देना शुरू कर दिता। साडा जिहड़ा प्यार पै गया ये रस दे नाल, जिहड़ा माता दे गर्भ दे विच सानू रस आउंदा सी, हौली हौली वो विसर जांदे आ। जिहड़ा ये रस सानू आया, असीं हौली हौली उस रस देन वाली दे नाल जुड़ना शुरू कर दिता। माता दे नाल साडा प्यार पै गया। इन्हां तो शुरू होना साडे बंधनां दा गेड़ जिहड़ा है, उन्हां दा जिन्हां माता पिता नूं आप ज्ञानी आप बंधनां विच बजे हुए ने, उन्हां नाल संजोग होया। ये माता नाल प्यार पैना शुरू होया, पिता नाल प्यार पैना शुरू होया। इहदे नाल हौली हौली संसार दे नाल प्यार पैना शुरू हो जाता, दृष्टमान प्यार पैना शुरू हो जाता। महाराज गुरबाणी दे विच सानू समझाउंदे कहंदे बंधन मात पिता संसार, साडे बंधन शुरू हो गए। हौली हौली वड्डे हो गए, संजोग हो गया, ਧੀਆਂ ਪੁੱਤਰਾਂ ਦਾ जन्म हो गया। आगे आगे ये बंधन बधने शुरू हो गए।
ਗੁਰਬਾਣੀ ਦੇ ਰਾਹੀਂ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਇਸ ਤਰੀਕੇ ਦੇ ਨਾਲ ਅਸੀਂ ਵੱਜ ਚੁੱਕੇ ਹਾਂ ਕਿ ਇਹਨਾਂ ਤੋਂ ਛੁਟਕਾਰਾ ਨਹੀਂ ਸਾਡਾ ਹੋ ਰਿਹਾ। ਗੁਰਬਾਣੀ ਦੇ ਰਾਹੀਂ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਕਹਿੰਦੇ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਅਰ ਨਾਰ। ਹੁਣ ਸਾਡਾ ਇਹ ਸੰਜੋਗ ਸਾਨੂੰ ਨਹੀਂ ਪਤਾ, ਮਾਲਕ ਨਿਰੰਕਾਰ ਨੇ, ਕਿਉਂਕਿ ਭੁੱਲ ਗਏ ਆ ਮਾਤਾ ਪਿਤਾ ਦਾ ਸੰਜੋਗ ਕਿਉਂ ਕੀਤਾ, ਇਹ ਧੀਆਂ ਪੁੱਤਰਾਂ ਨਾਲ ਸੰਜੋਗ ਕਿਉਂ ਕੀਤਾ। ਇਹ ਤਾਂ ਗੁਰਮੁਖਾਂ ਨੇ ਆਪਾਂ ਨੂੰ ਦੱਸਿਆ। ਇਹ ਸੰਜੋਗ ਬਣਾਇਆ, ਇਹ ਸੰਗਤ ਬਣਾਈ ਤਾਂ ਕਿ ਸਿਮਰਨ ਅਭਿਆਸ ਕਰਕੇ ਉਸ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰ ਲੈਣ। ਇਕੱਠੇ ਬੈਠ ਕੇ ਇਹ ਸ਼ਬਦ ਦੀ ਕਮਾਈ ਕਰਨ, ਸ਼ਬਦ ਦਾ ਅਭਿਆਸ ਕਰਨ। ਜਿਸ ਮਾਲਕ ਨਿਰੰਕਾਰ ਨੂੰ ਮਿਲਣ ਵਾਸਤੇ ਆਏ, ਜਿਹਦੇ ਵਾਸਤੇ ਸਾਨੂੰ ਇਹ ਮਾਨਸ ਜਨਮ ਪ੍ਰਾਪਤ ਹੋਇਆ, ਇਹਦਾ ਇਹ ਲਾਹਾ ਲੈ ਲੈਣਾ। ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ, ਮਨਮੁਖ ਜੀਵ ਜਿਹੜੇ ਨੇ ਇਹ ਆਕਾਰ ਨਾਲ ਜੁੜ ਕੇ ਇਹਨਾਂ ਨੂੰ ਆਪਣਾ ਸਮਝਣਾ ਸ਼ੁਰੂ ਕਰ ਦਿੱਤਾ। ਐਸੇ ਖੇਲ ਵਿੱਚ ਪੈ ਗਏ ਕਿ ਇਹਨੂੰ ਗੁਰਬਾਣੀ ਵਿੱਚ ਇਹਨਾਂ ਆਕਾਰਾਂ ਨੂੰ ਮਾਇਆ ਗਿਆ। ਜਿਹੜਾ ਸਾਡਾ ਇਹ ਦ੍ਰਿਸ਼ਟਮਾਨ ਸਰੀਰ ਹੈ, ਭਾਵੇਂ ਮਾਤਾ ਦਾ ਆ ਪਿਤਾ ਦਾ ਆ, ਸਾਡਾ ਆਪਣਾ, ਇਹ ਸਾਡਾ ਪਿਆਰ ਪੈ ਗਿਆ, ਬੰਧਨਾਂ 'ਚ ਵੱਜ ਗਏ, ਇਹ ਮਾਇਆ ਵਿੱਚ ਪੈ ਗਿਆ ਸਾਡਾ ਮਨ, ਜਿਸ ਦਾ ਗਿਆਨ ਸਾਨੂੰ ਗੁਰਮੁਖ ਦੇ ਰਹੇ ਨੇ। ਇਹੋ ਸਰੀਰ ਸਭ ਮੂਲ ਹੈ ਮਾਇਆ। ਇਹ ਮਾਇਆ ਨਾਲ ਪਿਆਰ ਪੈ ਗਿਆ। ਜਿਸ ਦੇਸ਼ ਵਿੱਚ ਅਸੀਂ ਵਸਦੇ ਹਾਂ, ਇਸ ਨੂੰ ਗੁਰਬਾਣੀ ਵਿੱਚ ਮਾਇਆ ਦਾ ਦੇਸ਼ ਕਿਹਾ, ਕਾਲ ਦਾ ਦੇਸ਼ ਕਿਹਾ। ਇੱਥੇ ਆ ਕੇ ਇਹਨਾਂ ਨਾਲ ਪਿਆਰ ਪੈ ਗਿਆ। ਸੁਭਾ ਆਏ ਇਹਨਾਂ ਦੀ ਖਾਤਰ ਕਰਮ ਕਰਨ ਵਾਸਤੇ, ਮਾਇਆ ਦੀ ਕਾਰ ਕਰਨ ਵਾਸਤੇ। ਕਿਉਂਕਿ ਜੇ ਜੋ ਵੀ ਅਸੀਂ ਕਾਰ ਕਰਾਂਗੇ, ਇਹ ਸਰੀਰ ਵਾਸਤੇ ਕਰਾਂਗੇ, ਆਪਣੇ ਪਰਿਵਾਰ ਵਾਸਤੇ ਕਰਾਂਗੇ, ਧੀਆਂ ਪੁੱਤਰਾਂ ਵਾਸਤੇ ਕਰਾਂਗੇ। ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਜਿਹੜਾ ਵੀ ਜੀਵ ਇਹ ਸੰਸਾਰ ਦੇ ਵਿੱਚ ਆਇਆ, ਇਹ ਕਰਮ ਨਾਲ ਜੁੜਿਆ, ਇਹ ਬੰਧਨਾਂ ਵਿੱਚ ਬੱਝਾ ਹੋਇਆ ਜੁੜਿਆ। ਜੇ ਇਹ ਸਰੀਰ ਨਾਲ ਜੁੜਿਆ, ਇਹਦੇ ਵਾਸਤੇ ਧਨ ਦੀ ਲੋੜ ਆ, ਇਹਦੇ ਵਾਸਤੇ ਕੱਪੜੇ ਦੀ ਲੋੜ ਆ, ਜਿਹਦੇ ਵਾਸਤੇ ਅਸੀਂ ਕਰਮ ਕਰਨਾ, ਉਹ ਫਿਰ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਨੇ ਵੀ ਜਿਹੜਾ ਜੀਵ ਇਹ ਸੰਸਾਰ ਦੇ ਵਿੱਚ ਕਰਮ ਕਰਦਾ ਹੈ, ਉਹ ਬੰਧਨਾਂ ਵਿੱਚ ਬੱਝਾ ਹੋਇਆ ਕਰ ਰਿਹਾ। ਬੰਧਨ ਕਰਮ ਧਰਮ ਹਉ ਕਰਤਾ, ਜੋ ਵੀ ਕਰਮ ਕਰਦਾ ਆ ਹਉਮੈ ਹੰਕਾਰ ਦੇ ਅੰਦਰ, ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਇਹਨਾਂ ਬੰਧਨਾਂ ਵਿੱਚ ਬੱਝਾ ਹੋਇਆ ਹੀ ਕਰਦਾ ਹੈ। ਇੱਥੇ ਆ ਗਿਆ ਕਰਮ ਕਰਨ ਵਾਸਤੇ, ਘਰ ਤੋਂ ਚੱਲਿਆ ਰਜੋ ਗੁਣ ਤੇ, ਜਿੱਥੇ ਆ ਕੇ ਇਹਨਾਂ ਨੇ ਅਰਥਚਾਰਾ ਲੈਣਾ ਆ, ਇੱਥੇ ਆ ਕੇ ਕਰਮ ਕਰਨਾ ਤਨ ਦੇ ਵਾਸਤੇ, ਪਰਿਵਾਰ ਦੇ ਵਾਸਤੇ। ਚਾਹੇ ਕੋ ਖੇਤੀ ਕਰ ਲੇ, ਚਾਹੇ ਕੋ ਦਿਹਾੜੀ ਕਰ ਲੇ, ਚਾਹੇ ਕੋ ਨੌਕਰੀ ਕਰ ਲੇ, ਕੋ ਬਿਜ਼ਨਸ ਕਰ ਲੇ, ਕੋਈ ਵੀ ਕਰਮ ਇੱਥੇ ਆ ਕੇ ਕਰਦਾ ਆ, ਮਾਇਆ ਦੇ ਦੇਸ਼ ਵਿੱਚ ਆ ਕੇ ਕਰਦਾ। ਲੇਕਿਨ ਜਿਹੜਾ ਤਰੀਕਾ, ਜਿਹੜੀ ਜੁਗਤੀ ਸਾਨੂੰ ਸਮਝਾਈ, ਉਹ ਜੁਗਤੀ ਭੁੱਲ ਗਿਆ ਕਰਮ ਕਰਨ ਦੀ। ਜਿਹੜਾ ਪੰਜਵੇਂ ਪਾਤਸ਼ਾਹ ਸਾਨੂੰ ਸਮਝਾਉਂਦੇ, ਸਿਮਰ ਸਿਮਰ ਹਰ ਕਾਰਨ ਕਰਨਾ। ਵੀ ਇੱਥੇ ਆ ਕੇ ਅਸੀਂ ਖੁੱਭ ਨਾ ਜਾਈਏ। ਸਾਨੂੰ ਜੁਗਤੀ ਸਮਝਾਈ ਸੀ ਵੀ ਕਰਮ ਦੇ ਨਾਲ ਨਾਲ ਧਰਮ ਨੂੰ ਦ੍ਰਿੜ ਕਰੀ ਜਾਣਾ ਤੁਸੀਂ, ਲੇਕਿਨ ਐਸਾ ਸਾਨੂੰ ਭੁਲਾ ਦਿੱਤਾ। ਇੱਥੇ ਆ ਕੇ ਕਰਮ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਇਆ ਕਿਵੇਂ ਸਾਨੂੰ ਫਿਰ ਹੋਰ ਬੰਧਨਾਂ ਵਿੱਚ ਅੱਗੇ ਬੰਨ੍ਹਦੀ ਹੈ। ਦਿਹਾੜੀ ਕੀਤੀ 8 ਘੰਟੇ, ਮਾਇਆ ਬਣ ਗਈ।
ਮਾਇਆ ਆਈ, ਮਨ ਦੇ ਵਿੱਚ ਹੋਰ ਲਾਲਸਾ ਆਈ ਵੀ ਹੋਰ ਕਮਾਈ ਕਰ ਲਈਏ, 8 ਤੋਂ 10 ਘੰਟੇ ਕਰ ਲਈਏ, 10 ਤੋਂ 12 ਘੰਟੇ ਕਰ ਲਈਏ। ਮਨ ਵਿੱਚ ਆਸ਼ਾਵਾਂ ਤ੍ਰਿਸ਼ਨਾਵਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਸੰਸਾਰ ਦੇ ਵਿੱਚ ਜੋ ਆਪਾਂ ਦੇਖਦੇ ਹਾਂ ਨਾ, ਇਹਨਾਂ ਸਾਨੂੰ ਜੋੜਨਾ ਹੀ ਮਾਇਆ ਦੇ ਨਾਲ ਹੈ। ਜਿਹੜਾ ਇਹ ਜੀਵ ਸੰਸਾਰ ਦੇ ਵਿੱਚ ਸੰਸਾਰ ਨੂੰ ਦੇਖਦਾ, ਦੂਸਰੇ ਨੂੰ ਦੇਖਦਾ, ਦੂਸਰੇ ਨੂੰ ਦੇਖ ਕੇ ਵਿਚਾਰ ਬਣਦੇ ਨੇ, ਬੰਧਨ ਬਣਦੇ ਨੇ। ਜੇ ਕਿਸੇ ਨੇ ਕੋਈ ਚੰਗੀ ਗੱਡੀ ਲੈ ਲਈ ਹੈ, ਦੇਖਿਆ, ਉਸ ਨੂੰ ਮਨ ਵਿੱਚ ਵਿਚਾਰਿਆ ਵੀ ਹੋਰ ਕਰਮ 2-4 ਖੋਲ ਲਈਏ ਨਾ ਆਪਾਂ, ਤੇ ਆਪਣਾ ਵੀ ਕੰਮ ਇਹ ਬਣ ਜਾਏਗਾ। ਜੇ ਖੇਤੀ ਕਰਦੇ, ਖੇਤੀ ਦੇ ਨਾਲ ਥੋੜਾ ਜਿਹਾ ਵਪਾਰ ਵੀ ਸ਼ੁਰੂ ਕਰ ਲਈਏ ਆਪਾਂ, ਵਪਾਰ ਕਰਦੇ ਆ, ਬਿਜ਼ਨਸ ਕਰਦੇ ਆ, ਜਾਂ ਓਵਰ ਟਾਈਮ ਲਾ ਲਈਏ ਥੋੜਾ ਜਿਹਾ। ਇੱਥੇ ਆ ਕੇ ਦੂਸਰੇ ਨੂੰ ਦੇਖ ਕੇ, ਸੰਸਾਰ ਨੂੰ ਦੇਖ ਕੇ ਸਾਡੇ ਮਨ ਦੇ ਵਿੱਚ ਵੀ ਇਹ ਬੰਧਨ ਜਿਹੜੇ ਨਾ ਇਹ ਆਉਣੇ ਸ਼ੁਰੂ ਹੋ ਗਏ, ਅਸੀਂ ਬੱਝਣਾ ਸ਼ੁਰੂ ਹੋ ਗਏ। ਇੱਥੇ ਆ ਕੇ ਮਨ ਦੇ ਵਿੱਚ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ ਪੈਦਾ ਹੋ ਗਈਆਂ। ਇਹ ਬੰਧਨ ਸਾਡੇ ਹੋਰ ਬਣ ਗਏ। ਇਹਨਾਂ ਸਾਨੂੰ ਇੱਥੇ ਰੋਕ ਲਿਆ, ਘਰ ਨੂੰ ਨਹੀਂ ਜਾਣ ਦਿੰਦੇ। ਇਥੋਂ ਹੀ ਫਿਰ ਸਾਡਾ ਮਨ ਜਦੋਂ ਘਰ ਨੂੰ ਨਹੀਂ ਜਾਂਦਾ, ਫਿਰ ਇਹ ਜਾਏਗਾ ਧਾਤ ਦੇ ਮਾਰਗ ਨੂੰ, ਸੰਸਾਰ ਦੇ ਮਾਰਗ ਨੂੰ। ਵੀ ਜੇ ਉਹਨੇ ਕਮਾਈ ਕੀਤੀ ਹੈ, ਝੂਠ ਬੋਲ ਕੇ ਜੇ ਕਮਾਈ ਹੋ ਗਈ, ਧਨ ਮਿਲ ਗਿਆ, ਜਾਂ ਕੋਈ ਠੱਗੀ ਕਰਕੇ ਕਮਾਈ ਹੋ ਗਈ, ਧਨ ਮਿਲ ਗਿਆ, ਤੇ ਸਾਨੂੰ ਸਹੂਲਤਾਂ ਮਿਲ ਜਾਣੀਆਂ। ਇੱਥੇ ਜਿਹੜਾ ਮਨ ਆ ਨਾ, ਫੇਰ ਚੱਲਦਾ ਹੈ ਆਪਣਾ ਇੱਧਰ ਵਿਚਾਰਾਂ ਫੁਰਨਿਆਂ ਦੇ ਵਿੱਚ। ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਫੇਰ ਆਪਾਂ ਇਹ ਮਾਰਗ ਛੱਡ ਜਾਂਦੇ ਆ, ਜਿਹੜਾ ਲਿਵਦਾ ਮਾਰਗ, ਜਿਸ ਨੂੰ ਸੰਤ ਮਾਰਗ ਕਿਹਾ। ਜਿਹੜਾ ਸਾਨੂੰ ਗਿਆਨ ਦਿੱਤਾ ਪਾਤਸ਼ਾਹ ਨੇ, ਲਿਵ ਧਾਤ ਦੋਇ ਰਾਹ ਹੈ ਹੁਕਮੀ ਕਾਰ ਕਮਾਹੀ। ਇਹ ਦੋ ਰਸਤੇ ਕਰਮ ਕਰਨ ਵਾਸਤੇ ਘਰ ਤੋਂ ਆਏ। ਇੱਥੇ ਆ ਕੇ ਮਨ ਦੇ ਵਿੱਚ ਸੰਸਾਰ ਨੂੰ ਦੇਖਦਿਆਂ ਹੋਇਆਂ ਬੰਧਨ ਬਣ ਗਏ, ਤ੍ਰਿਸ਼ਨਾਵਾਂ ਪੈਦਾ ਹੋ ਗਈਆਂ। ਇਹਨਾਂ ਦੀ ਪੂਰਤੀ ਵਾਸਤੇ ਫਿਰ ਸਾਡੇ ਮਨ ਵਿੱਚ ਲੋਭ ਚੱਲਦਾ, ਲਾਲਚ ਚੱਲਦਾ ਵੀ ਆਹ ਵੀ ਕਰ ਲਈਏ, ਆਹ ਵੀ ਕਰ ਲਈਏ। ਸਾਡਾ ਇਹ ਜਿਹੜਾ ਮਨ ਹੈ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦਿੰਦਾ ਆ, ਜਿਸ ਨੂੰ ਗੁਰਬਾਣੀ ਵਿੱਚ ਸੰਸਾਰ ਜਿਸ ਤੇ ਸਾਰਾ ਚੱਲਦਾ ਧਾਤ ਦਾ ਮਾਰਗ ਹੈ। ਜਿੰਨਾ ਚਿਰ ਅਸੀਂ ਇਸ ਮਾਰਗ ਤੇ ਚੱਲਾਂਗੇ, ਇਸ ਮਾਰਗ ਤੇ ਪਾਤਸ਼ਾਹ ਕਹਿੰਦੇ ਅਸੀਂ ਥਿਰ ਨਹੀਂ ਹੋ ਸਕਦੇ। ਸਾਨੂੰ ਗੁਰਬਾਣੀ ਰਾਹੀਂ ਪਾਤਸ਼ਾਹ ਗਿਆਨ ਦੇ ਰਹੇ ਨੇ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਹੁਣ ਆਪਾਂ ਗੁਰਮੁਖਾਂ ਪਾਸੋਂ ਸਰਵਨ ਕਰਦੇ ਹਾਂ ਵੀ ਜਿਹੜੇ ਜੀਵ ਦਾ ਰਾਜ ਸੀ, ਰਾਜਾ ਸੀ, ਵਜ਼ੀਰ ਖਾਨ ਸੀ, ਉਹਨੇ ਬੱਚਿਆਂ ਨੂੰ ਲਾਲਚ ਦੇਣਾ ਸ਼ੁਰੂ ਕੀਤਾ ਕਿ ਤੁਸੀਂ ਜੇ ਮੇਰਾ ਧਰਮ ਕਬੂਲ ਕਰ ਲਓਗੇ, ਮੇਰੇ ਦਾਇਰੇ ਵਿੱਚ ਆ ਜਾਓਗੇ, ਤੁਹਾਨੂੰ ਰਾਜ ਦਿਆਂਗਾ, ਭਾਗ ਦਿਆਂਗਾ, ਧਨ ਦੌਲਤ ਦਿਆਂਗਾ, ਚੰਗੀਆਂ ਸਹੂਲਤਾਂ ਤੁਹਾਨੂੰ ਮਿਲਣਗੀਆਂ, ਚੰਗੇ ਮੰਦਰ ਮਿਲਣਗੇ। ਲੇਕਿਨ ਜਿਹੜੇ ਉਹ ਸੱਚ ਨਿਰੰਕਾਰ ਦੇ ਨਾਲ ਜੁੜੇ ਹੁੰਦੇ ਨੇ, ਜਿਹੜੇ ਨਿਰਭਉ ਹੋ ਚੁੱਕੇ ਹੁੰਦੇ ਨੇ, ਉਹ ਇਹਨਾਂ ਦੇ ਵੱਸ ਨਹੀਂ ਹੁੰਦੇ। ਅਸੀਂ ਆ ਗਏ ਕਾਲ ਦੇ ਦੇਸ਼ ਦੇ ਅੰਦਰ। ਇਥੋਂ ਦਾ ਮੁਖੀ ਕਾਲ ਇਹ ਸਾਨੂੰ ਜਦੋਂ ਕਹਿੰਦਾ ਵੀ ਤੁਸੀਂ ਮੇਰੇ ਦਾਇਰੇ ਵਿੱਚ ਆ ਗਏ ਹੋ, ਉਹ ਦਿੰਦਾ ਫਿਰ ਜਦੋਂ ਸਾਨੂੰ ਸਹੂਲਤਾਂ ਦਾ ਲਾਲਚ ਦਿੰਦਾ ਆ, ਥੋੜਾ ਜਿਹਾ ਧਨ ਦੌਲਤ ਦੇ ਦਿੱਤੀ, ਮਨ ਦੇ ਵਿੱਚ ਲੋਭ ਆ ਜਾਂਦਾ, ਲਾਲਚ ਆ ਜਾਂਦਾ, ਅਸੀਂ ਆਪਣਾ ਰਸਤਾ ਹੀ ਭੁੱਲ ਜਾਂਦੇ। ਅਸੀਂ ਉਹਨਾਂ ਤੋਂ ਇਹ ਗਿਆਨ ਨਹੀਂ ਲੈਂਦੇ ਕਿ ਉਹਨਾਂ ਨੇ ਕਿਸ ਅਵਸਥਾ ਵਿੱਚ ਜਾ ਕੇ ਉਹਨਾਂ ਦੇ ਮਨ ਵਿੱਚ ਲੋਭ ਨਹੀਂ ਆਇਆ, ਲਾਲਚ ਨਹੀਂ ਆਇਆ।
ਕਿਵੇਂ ਉਹਨਾਂ ਨੇ ਆਪਣਾ ਉਹ ਧਰਮ ਨਹੀਂ ਛੱਡਿਆ, ਉਹ ਰਸਤਾ ਨਹੀਂ ਛੱਡਿਆ ਜਿਹੜਾ ਸਤਿਗੁਰੂ ਵੀ ਸਾਨੂੰ ਸਮਝਾਉਂਦੇ ਨੇ ਕਿ ਤੁਸੀਂ ਆਪਣਾ ਧਰਮ ਨਹੀਂ ਛੱਡਣਾ, ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ, ਧਰਮ ਨੂੰ ਦ੍ਰਿੜ ਕਰਦੇ ਰਹਿਣਾ। ਆਪਾਂ ਨੂੰ ਗੁਰਬਾਣੀ ਦੇ ਰਾਹੀਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪੰਜਮ ਪਾਤਸ਼ਾਹ ਸਮਝਾਉਂਦੇ ਨੇ ਜਿਹੜਾ ਸਾਡਾ ਧਰਮ ਜਿਹੜਾ ਅਸੀਂ ਛੱਡ ਚੁੱਕੇ ਹਾਂ। ਕਿਉਂ ਛੱਡ ਚੁੱਕੇ ਹਾਂ? ਸਾਨੂੰ ਇਸ ਰਾਜੇ ਨੇ ਲਾਲਚ ਹੀ ਐਸਾ ਦੇ ਦਿੱਤਾ ਤੇ ਅਸੀਂ ਲਾਲਚ ਵਿੱਚ ਫਸ ਗਏ ਹਾਂ। ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਦੱਸ ਰਹੇ ਨੇ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਵੀ ਜੇ ਆਪਾਂ ਸਿਮਰਨ ਕਰਾਂਗੇ, ਅਭਿਆਸ ਕਰਾਂਗੇ ਤੇ ਸਾਡਾ ਮਨ ਜਿਹੜਾ ਨਾ ਇਹ ਨਿਹਚਲ ਹੋ ਜਾਏਗਾ, ਸਾਡਾ ਮਨ ਜਿਹੜਾ ਇਹ ਅਡੋਲ ਹੋ ਜਾਏਗਾ, ਡੋਲੇਗਾ ਨਹੀਂ। ਮਹਾਰਾਜ ਦੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਜਿਹੜਾ ਵੀ ਜੀਵ ਇਸ ਲਾਲਚ ਵਿੱਚ ਫਸ ਜਾਂਦਾ, ਇਹ ਕਾਲ ਦੇ ਲੋਭ ਦੇ ਵਿੱਚ ਫਸ ਜਾਂਦਾ, ਉਹ ਫਿਰ ਆਪਣਾ ਧਰਮ ਗਵਾ ਬੈਠਦਾ ਹੈ, ਉਹ ਫਿਰ ਆਪਣੇ ਧਰਮ ਤੋਂ ਆਕੀ ਹੋ ਜਾਂਦਾ ਹੈ। ਜਿਸ ਤਰ੍ਹਾਂ ਆਪਾਂ ਸਾਰਿਆਂ ਨੇ ਆਪਣੇ ਅੰਦਰ ਝਾਤੀ ਮਾਰਨੀ, ਜੇ ਤਾਂ ਅਸੀਂ ਸੱਚ ਨਾਲ ਜੁੜੇ ਹਾਂ, ਜੇ ਤਾਂ ਅਸੀਂ ਸ਼ਬਦ ਨਾਲ ਜੁੜੇ ਹਾਂ ਤੇ ਅਸੀਂ ਲੋਭ ਵਿੱਚ ਨਹੀਂ ਆਵਾਂਗੇ। ਜੇ ਸਾਡਾ ਮਨ ਸ਼ਬਦ ਵਿੱਚ ਨਹੀਂ ਜੁੜਿਆ, ਸਾਡਾ ਮਨ ਮੈਲ ਵਿੱਚ ਨਹੀਂ ਗਿਆ ਤੇ ਆਹ ਤ੍ਰਿਸ਼ਨਾਵਾਂ ਦੇ ਵਿੱਚ ਆ ਕੇ ਅਸੀਂ ਲੋਭ ਵਿੱਚ ਆਉਣਾ, ਲਾਲਚ ਵਿੱਚ ਆਉਣਾ ਆ। ਅਸੀਂ ਆਪਣੇ ਧਰਮ ਦੇ ਨਾਲ ਨਹੀਂ ਜੁੜ ਸਕਦੇ, ਅਸੀਂ ਉਹ ਸੱਚ ਨਿਰੰਕਾਰ ਦੇ ਨਾਲ ਨਹੀਂ ਜੁੜ ਸਕਦੇ ਜੇ ਆਪਾਂ ਇਹ ਧਾਤ ਦੇ ਮਾਰਗ ਤੇ ਚੱਲਦੇ ਹਾਂ। ਜੇ ਅਸੀਂ ਸਿਮਰਨੀ ਅਭਿਆਸ ਨਹੀਂ ਕਰਦੇ ਜਿਹਦੇ ਰਾਹੀਂ ਅਸੀਂ ਮੁਕਤ ਹੋਣਾ। ਕਿਉਂਕਿ ਦੇਖੋ ਨਾ, ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਵੀ ਸੰਸਾਰ ਦੇ ਵਿੱਚ ਵਿਚਰਦੇ, ਉਹ ਵੀ ਕਰਮ ਕਰਦੇ, ਲੇਕਿਨ ਨਾਲ ਨਾਲ ਉਹਨਾਂ ਨੇ ਆਪਾਂ ਨੂੰ ਗਿਆਨ ਦਿੱਤਾ, ਸਾਨੂੰ ਸੋਝੀ ਦਿੱਤੀ। ਜਦੋਂ ਸਿਮਰਨ ਅਭਿਆਸ ਕਰਦੇ, ਪੁੱਛਦੇ ਵੀ ਕਿਉਂ ਕਰਦੇ ਹੋ? ਤੁਹਾਨੂੰ ਤਾਂ ਸੋਝੀ, ਤੁਹਾਨੂੰ ਤਾਂ ਗਿਆਨ। ਉਹ ਫਿਰ ਸਾਨੂੰ ਸਮਝਾਉਂਦੇ ਨੇ ਵੀ ਸਾਨੂੰ ਇਹੀ ਤਾਂ ਗਿਆਨ ਆ ਵੀ ਜਦੋਂ ਸੰਸਾਰ ਦੇ ਵਿੱਚ ਆਉਣਾ, ਕੋਈ ਵੀ ਕਰਮ ਕਰਨ ਵਾਸਤੇ ਆਉਣਾ, ਇੱਥੇ ਇਹਨੇ ਮਾਇਆ ਨੇ ਨਾਲ ਜਾਲ ਵੀ ਵਿਛਾਇਆ ਹੋਇਆ ਹੈ। ਜੇ ਇੱਥੇ ਆ ਕੇ ਅਸੀਂ ਇਹ ਜਾਲ ਦਾ ਭੇਤ ਨਹੀਂ ਲੈਂਦੇ ਜਿਹੜਾ ਮਹਾਂਪੁਰਖਾਂ ਨੇ ਆਪਾਂ ਨੂੰ ਗਿਆਨ ਦਿੱਤਾ ਆ, ਉਹਨੇ ਜਾਲ ਪਾਉਣਾ ਸਾਡੇ ਇਹਨਾਂ ਨੇਤਰਾਂ ਤੇ, ਉਹਨੇ ਜਾਲ ਪਾਉਣਾ ਸਾਡੇ ਇਹਨਾਂ ਸਰਵਨਾਂ ਤੇ। ਜਿਹਦੀ ਪਰਥਾਈ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ, ਕਾਲ ਜਾਲ ਜਿਹਬਾ ਅਰ ਨੈਣੀ, ਕਾਨੀ ਕਾਲ ਸੁਣੈ ਬਿਖ ਬਹਿਣੀ। ਜੇ ਤਾਂ ਅਸੀਂ ਇੱਥੇ ਆ ਕੇ ਉਹ ਜਾਲ ਦਾ ਭੇਤ ਨਹੀਂ ਲੈਂਦੇ ਤੇ ਫਿਰ ਅਸੀਂ ਫਸ ਜਾਂਦੇ ਹਾਂ, ਅਸੀਂ ਭੁੱਲ ਜਾਂਦੇ ਹਾਂ ਉਸ ਨੂੰ ਕੱਟਣਾ ਕਿਵੇਂ, ਕਿਵੇਂ ਅਸੀਂ ਮੁਕਤ ਹੋਣਾ, ਤੇ ਫਿਰ ਉਹ ਸਾਨੂੰ ਫੜ ਲੈਂਦਾ ਆ। ਤਾਂ ਹੀ ਪੰਜਮ ਪਾਤਸ਼ਾਹ ਸਾਨੂੰ ਸਮਝਾਉਂਦੇ, ਕਹਿੰਦੇ ਸਾਨੂੰ ਇਹ ਗਿਆਨ ਜਦੋਂ ਆ ਜਾਂਦਾ ਹੈ, ਜਾਲ ਪਸਾਰ ਚੋਗ ਬਿਸਥਾਰੀ ਪੰਖੀ ਜਿਉ ਫਹਾਵਤ ਹੈ, ਕਹੋ ਨਾਨਕ ਬੰਧਨ ਕਾਟਨ ਕਹੋ ਮੈਂ ਸਤਿਗੁਰ ਪੁਰਖ ਧਿਆਵਤ ਹੈ। ਜਿਨ੍ਹਾਂ ਨੂੰ ਤਾਂ ਇਹ ਗਿਆਨ ਆ ਗਿਆ ਵੀ ਸੰਸਾਰ ਦੇ ਵਿੱਚ ਆ ਕੇ ਇਹ ਕਾਲ ਨੇ ਲਾਲਚ ਦੇਣਾ, ਇਹਨੇ ਜਾਲ ਪਾਉਣਾ, ਉਹ ਫਿਰ ਉਹ ਜੁਗਤੀ ਅਪਣਾਉਂਦੇ ਰਹਿੰਦੇ ਨੇ, ਉਹ ਤਰੀਕਾ ਅਪਣਾਉਂਦੇ ਰਹਿੰਦੇ ਨੇ। ਕਿਵੇਂ ਅਸੀਂ ਨਾਲ ਨਾਲ ਧਰਮ ਨੂੰ ਦ੍ਰਿੜ ਕਰਦੇ ਰਹੀਏ ਕਿ ਧਰਮ ਨਾ ਸਾਨੂੰ ਵਿਸਰੇ, ਕਰਮ ਵੀ ਕਰੀਏ, ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆ ਸਾਡਾ ਮਨ ਫਸ ਨਾ ਜਾਵੇ ਕਿਤੇ। ਲੇਕਿਨ ਅਸੀਂ ਉਹ ਜੁਗਤੀ ਛੱਡਤੀ, ਇਹ ਸਿਮਰਨ ਕਰਨਾ ਛੱਡ ਦਿੱਤਾ, ਇਹ ਲਿਵ ਦੇ ਮਾਰਗ ਤੇ ਚੱਲਣਾ ਛੱਡ ਦਿੱਤਾ। ਇੱਥੇ ਆਏ ਕਰਨ ਵਾਸਤੇ, ਫਸ ਗਏ ਇੱਥੇ ਆ ਕੇ। ਇੱਥੇ ਆ ਕੇ ਸਾਡਾ ਮਨ ਇਹਨਾਂ ਪੰਜਾਂ ਦੇ ਵੱਸ ਹੋ ਗਿਆ, ਇਹ ਕਾਲ ਦੇ ਚੱਕਰ ਵਿੱਚ ਫਸ ਗਿਆ, ਕਾਲ ਦੇ ਲੋਭ ਦੇ ਵਿੱਚ ਫਸ ਗਿਆ। ਇਹਨੇ ਸਾਨੂੰ ਲਾਲਚ ਦਿੱਤਾ, ਕਰਮ ਕੀਤਾ, ਚੰਗਾ ਪੈਸਾ ਦੇ ਦਿੱਤਾ, ਚੰਗਾ ਮਕਾਨ ਬਖਸ਼ਿਸ਼ ਕਰ ਦਿੱਤਾ, ਮੰਦਰ ਬਖਸ਼ਿਸ਼ ਕਰ ਦਿੱਤਾ, ਹੋਰ ਸਾਨੂੰ ਲਾਲਚ ਦਿੱਤਾ, ਧੀਆਂ ਪੁੱਤਰਾਂ ਨੂੰ ਦਾਤ ਦੇ ਦਿੱਤੀ। ਅਸੀਂ ਇਹਦੇ ਲਾਲਚ ਵਿੱਚ ਆ ਗਏ, ਫਸ ਗਏ, ਜੁੜ ਗਏ ਮੰਦਰਾਂ ਦੇ ਨਾਲ, ਜੁੜ ਗਏ ਅਸੀਂ ਧਨ ਦੌਲਤ ਦੇ ਨਾਲ,
जुड़ गए असी परिवार दे नाल ते असी सारा कुछ भुल गए। अपना जिहड़ा मालिक निरंकार ने साडे ते किरपा कीती, जिहड़ा सानू धर्म बख्शिश कीता, जिस दा ज्ञान सतगुर दे रहे ने भी इत्थे आके तुसीं फसना आ, बंधना विच आके जदों कर्म करोगे ना फसोगे। तां ही गुरबाणी दे विच उन्हां गुरमुखां ने, उन्हां भगतां ने सानू समझाया किवें कदी ये पंज सानू फसाउंदे ने, काम, क्रोध, लोभ, मोह, हंकार, इहदे विच आके ही असीं कर्म करी जाने। इन्हां विच फसे होई असीं कहने आ भी असीं चलो बाणी पढ़दे आ, असीं सिमरन करदे आ, लेकिन सानू पता नहीं भी सिमरन करना किवें, किवें बंधना तो आज़ाद होना। महाराज गुरबाणी विच समझाउंदे आ, असीं विचारां विच बझे होए, असीं इन्हां फुरनिਆਂ विच बझे होए पाठ करी जाते हैं। महाराज गुरबाणी दे विच आपां नूं समझाउंदे, कहंदे पंडित पढ़े बंधन मोह बाधा ने बूझे विख्या प्यार। उन्होंने पता नहीं मालिक ना किवें जुड़ना, निरंकार ना किवें जुड़ना। उन्होंने पता नहीं कि विचार किवें खत्म करने ने, फुरने किवें खत्म करने ने। उनका मकसद यही एक है कि बाणी पढ़ के मैनू सुख मिल जाए। सुख भी किहड़ा, जिहड़ा आपां नूं गुरबाणी विच पातशाह ज्ञान दिते ने, इस संसार दा मन दा सुख नहीं, मन दी शांति नहीं, क्योंकि मन दा तां सानू भेद ही नहीं कि मन है कि ये तां गुरमुखां ने आपां नूं ज्ञान दिता भी ये मन की खोज करो, इस मन को कोई खोजो भाई। ते आपां नूं पहलां कित्थे ज्ञान सी कि मन भी कोई चीज़ है। हुण तां असीं बहुत सानू ज्ञान आ गया, लेकिन जिन्ना चिर गुरमुखां दा सानू संग नहीं होया, असीं पढ़दे गुरबाणी पढ़दिया होया, सिमरन करदिया होया, सानू अपने आप दा भेत नहीं आया, अपने आप दा ज्ञान नहीं आया। तां ही गुरबाणी दे विच पातशाह आपां नूं समझाउंदे, जिहड़ा जीव है ना ये बंधना विच बझा होया ही बाणी पढ़ी जांदा है। जिवें अपने विचों कई जीव ज्ञान हुंदिआं भी असीं सुख सुखी है, कि सुख सानू आ मिल जे ते असीं आ कर्म कर लांगे, सुख सानू आ मिल जे ते आ कर्म कर लांगे। सतगुर दी बाणी दा सानू ज्ञान नहीं, सानू सोझी नहीं भी असीं उन्हां दी शरण विच आके भी काल दे देश विच आ जाने, काल दे चक्कर विच पै जाने। ये महापुरखा ने आपां नूं ज्ञान दिता भी बहुते जीव ऐसे ने जिहड़े सतगुर दी शरण अंदर आउंदे ने, आके उहदे सन्मुख होके नेत्र बंद कर लैंदे ने। नेत्र बंद करके फिर संसार दीआं मंगां मंगदे ने। ते आपां नूं गुरमुखां ज्ञान दिता, ये जो संसार दे पदार्थ ने मालिक निरंकार ने पैदा करके आप काल नूं दिते होए ने। तां ही गुरबाणी दे विच पातशाह ने आपां नूं समझाया, कहंदे सब जग कालै वस है बाधा दूजै भाए। इंदा प्यार ही माया ना पै गया। सतगुर दी शरण विच आके भी ये जिहड़ा ना एक काल दे बंधन विच बझ जांदा है, क्योंकि जिस तो असीं पदार्थ मंगने ने उहदे सामने आके तां अखां बंद कर लैने, नेत्र बंद कर लैने आपां। जिहड़ा सानू वो ज्ञान बख्शिश कर रहे ने, जिहड़ी सानू सिक्ख्या बख्शिश कर रहे ने, जो शब्द दा भेद दे रहे ने, जो नाम दा भेद दे रहे, उस लैंदे नहीं। इस अवस्था विच ही पातशाह ने सानू गुरबाणी दे विच दस्सिया भी ये मनमुख आ, ये मूर्ख आ, इनू ये नहीं पता कि मंगा मंग किंदे तुरिया। गुरबाणी रही पातशाह सानू समझाउंदे, कहंदे खंड पताल दीप सब लोआ, सब काले वस आप प्रभ किया। ये तां पदार्थ मैं काल दे वस कीते हुए ने। ये मेरी शरण विच आके मेरे सन्मुख आके फिर काल तो मंगना शुरू कर देंदे ने। ये उस मालिक निरंकार दा भेत नहीं, इन्हां नूं ये दासी दी पूजा करी जांदे ने। जिहड़ा गुरबाणी विच पातशाह आपां नूं समझाउंदे, उस अवस्था विच सानू गुरबाणी विच मनमुख किहा। असीं तां गुरमुख बन के आउणे आ सतगुर दी हजूरी दे अंदर, पे असीं सतगुर दी जाने, रोज़ जाने जी मत्था टेकन वास्ते गुरु घर दे अंदर। ते देखण वाला भी कहंदा भी ये नागा नहीं पाउंदा, रोज़ जांदा भी गुरु घर दे अंदर बड़ी शरधा आंदी है।
ਲੇਕਿਨ ਗੁਰਬਾਣੀ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾ ਰਹੇ, ਕਹਿੰਦੇ ਠਾਕਰ ਛੋੜ ਦਾਸੀ ਕੋ ਸਿਮਰੈ ਮਨਮੁਖ ਅੰਧ ਅਗਿਆਨਾ। ਅਸੀਂ ਆਪਣੇ ਵੱਲੋਂ ਗਿਆਨੀ ਬਣੇ, ਅਸੀਂ ਆਪਣੇ ਵੱਲੋਂ ਗੁਰਮੁਖ ਬਣੇ, ਲੇਕਿਨ ਸਤਿਗੁਰੂ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ, ਕਹਿੰਦੇ ਇਹ ਮਨਮੁਖ ਆ, ਇਹ ਮੂਰਖ ਆ, ਇਹ ਅਗਿਆਨੀ ਆ। ਜਿਹੜਾ ਉਸ ਮਾਲਕ ਨਿਰੰਕਾਰ ਦਾ ਭੇਤ ਲੈਣ ਦੀ ਬਜਾਏ ਇਹ ਮੰਗਾ ਮੰਗੀ ਜਾਂਦਾ ਆ, ਪੂਜਾ ਕਰੀ ਜਾਂਦਾ ਹੈ ਦਾਸੀ ਦੀ ਮਾਇਆ ਦੀ। ਤੇ ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ, ਕਹਿੰਦੇ ਠਾਕਰ ਛੋੜ ਦਾਸੀ ਕੋ ਸਿਮਰੈ ਮਨਮੁਖ ਅੰਧ ਅਗਿਆਨਾ, ਹਰ ਕੀ ਭਗਤ ਕਰਹਿ ਤਿਨ ਨਿੰਦੈ ਨਿਗੁਰੈ ਪਸ਼ੂ ਸਮਾਨਾ। ਉਹਨੂੰ ਗੁਰਬਾਣੀ ਵਿੱਚ ਨਿਗੁਰਾ ਕਿਹਾ ਜਿਹਨੂੰ ਗਿਆਨ ਨਹੀਂ ਗੁਰੂ ਦਾ, ਜਿਹੜਾ ਗੁਰੂ ਦੀ ਮੱਤ ਅਨੁਸਾਰ ਚੱਲਿਆ ਨਹੀਂ। ਆਪਾਂ ਵੀ ਦੇਖੀਏ ਸਤਿਗੁਰ ਦੇ ਬਚਨ, ਗੁਰੂ ਦੀ ਮੱਤ ਦਾ ਸਾਨੂੰ ਗਿਆਨ ਦਿੱਤਾ, ਗੁਰੂ ਦੀ ਮੱਤ ਦਾ ਸਾਨੂੰ ਭੇਦ ਦਿੱਤਾ। ਫਿਰ ਆਪਾਂ ਜਦੋਂ ਗੁਰੂ ਦੀ ਮੱਤ ਲੈ ਕੇ ਚੱਲਦੇ ਹਾਂ ਲਿਵ ਦੇ ਮਾਰਗ ਤੇ, ਰਸਤੇ ਤੇ ਚੱਲਦੇ ਹਾਂ, ਵੀ ਜਿਵੇਂ ਸਿਮਰਨ ਵੀ ਕਰਨਾ ਤਾਂ ਵੀ ਗੁਰੂ ਦੀ ਮੱਤ ਅਨੁਸਾਰ, ਜਿਹਦੀ ਪ੍ਰਥਾਏ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਹਰ ਹਰ ਮੁਖ ਤੇ ਬੋਲਣਾ, ਜੋ ਵੀ ਮੁਖ ਤੋਂ ਬੋਲਣਾ, ਜਿਸ ਬੋਲਣ ਦੇ ਨਾਲ ਮਨ ਵਿੱਚ ਚਾਹ ਪੈਦਾ ਹੋ ਜੇ, ਮਨ ਨੂੰ ਸੁੱਖ ਮਿਲੇ, ਜਿਹਦੀ ਪ੍ਰਥਾਏ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਹਰ ਹਰ ਮੁਖ ਤੇ ਬੋਲਣਾ ਮਨ ਉੱਠੈ ਸੁਖ ਹੋਏ। ਲੇਕਿਨ ਉਹ ਬੋਲਣਾ ਸੀ ਗੁਰੂ ਦੀ ਮੱਤ ਅਨੁਸਾਰ, ਜਿਹਨੂੰ ਪਾਤਸ਼ਾਹ ਕਹਿੰਦੇ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ। ਜਿੰਨਾ ਚਿਰ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਜਿੰਨਾ ਚਿਰ ਸਤਿਗੁਰ ਦੀ ਮੱਤ ਅਨੁਸਾਰ ਉਹ ਗਿਆਨ ਦੁਆਰਾ ਆਪਾਂ ਚੱਲਦੇ ਨਹੀਂ, ਉਹਨਾਂ ਚਿਰ ਸਾਨੂੰ ਸੋਝੀ ਨਹੀਂ ਆਉਂਦੀ। ਹੁਣ ਸਾਡਾ ਮਨ ਫਸਿਆ ਹੋਇਆ ਇਹਨਾਂ ਪੰਜਾਂ ਦੇ ਵੱਸ ਹੋਇਆ, ਇਹ ਪੰਜਾਂ ਦੇ ਵੱਸ ਹੋਇਆ, ਇਹ ਵਿਚਾਰਾਂ ਫੁਰਨਿਆਂ ਵਿੱਚ ਰਹਿੰਦਾ ਹੈ। ਜਿਹਨੂੰ ਪਾਤਸ਼ਾਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ ਆ, ਇਹ ਜਿਹੜਾ ਕਾਮ ਕ੍ਰੋਧ ਇਹਨੂੰ ਬਲਵਾਨ ਕਿਹਾ ਪਾਤਸ਼ਾਹ ਨੇ। ਮਾਰੇ ਕਹਿੰਦੇ ਸਾਰਾ ਸੰਸਾਰ ਜਿਹੜਾ ਨਾ, ਜਿੰਨਾ ਚਿਰ ਇਹਨਾਂ ਨਾਲ ਯੁੱਧ ਨਹੀਂ ਕਰਦਾ ਉਹਨਾਂ ਚਿਰ ਮੁਕਤ ਨਹੀਂ ਹੋ ਸਕਦਾ। ਇਹ ਸਾਡੇ ਸਰੀਰ ਨੂੰ ਜਿਹੜਾ ਵਸ ਵਿੱਚ ਹੋ ਚੁੱਕਿਆ ਮਨ, ਇਹ ਨਾਲ ਨਾਲ ਮਨ ਦੀ ਬਿਰਤੀ ਦਾ ਖਰਾਬ ਕਰਦੇ ਨੇ, ਇਹ ਤਨ ਨੂੰ ਵੀ ਗਾਲੀ ਜਾਂਦੇ ਨੇ। ਜਿਹਦੀ ਪ੍ਰਥਾਈ ਪਾਤਸ਼ਾਹ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ, ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਟਲ ਹੈ। ਆਪਾਂ ਨੂੰ ਗੁਰਬਾਣੀ ਵਿੱਚ ਪਾਤਸ਼ਾਹ ਸਮਝਾਉਂਦੇ ਆ, ਇਸੇ ਕਰਕੇ ਕਹਿੰਦੇ ਆ ਜੇ ਇਹ ਬੰਧਨ ਤੋਂ ਮੁਕਤ ਹੋਣਾ, ਇਹਦੇ ਵਾਸਤੇ ਤੁਹਾਨੂੰ ਯੁੱਧ ਕਰਨਾ ਪੈਣਾ ਇਹਨਾਂ ਦੇ ਨਾਲ। ਇੱਕ ਦਿਨ ਦਾ ਯੁੱਧ ਨਹੀਂ ਸਾਡਾ। ਜਿਉਂ ਹੀ ਸੁਬਾਹ ਆਪਾਂ ਸੰਸਾਰ ਦੇ ਵਿੱਚ ਆਉਣਾ ਆ, ਆਪਾਂ ਨੂੰ ਗਿਆਨ ਦਿੱਤਾ, ਸਾਡੇ ਘਰ ਦੇ ਦਰ ਤੇ ਇਹ 5 ਜਣੇ ਬੈਠੇ ਨੇ, ਵੀ ਜਿਉਂ ਹੀ ਇਹ ਬਾਹਰ ਆਵੇ ਇਹਨੂੰ ਬੰਧਨਾਂ ਵਿੱਚ ਪਾਈਏ, ਇਹਨੂੰ ਵਿਚਾਰਾਂ ਵਿੱਚ ਪਾਈਏ। ਜਿਸ ਦਾ ਗਿਆਨ ਸਤਿਗੁਰ ਪਾਤਸ਼ਾਹ ਦੇ ਰਹੇ ਨੇ, ਪੰਜ ਪਹਿਰੂਆ ਦਰ ਮੇ ਰਹਤੇ। ਪਾਤਸ਼ਾਹ ਕਹਿੰਦੇ ਇਹ ਦਰ ਤੇ ਬੈਠੇ ਨੇ, ਇਹ ਸਾਡੀ ਦੇਹ ਦੇ ਅੰਦਰ ਨੇ, ਜਿਨ੍ਹਾਂ ਦੀ ਪ੍ਰਥਾਏ ਗੁਰਬਾਣੀ ਦੇ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਆ। ਕਹਿੰਦੇ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਦੇ ਵਿੱਚ ਵਸ ਕੇ ਇਹ ਮਨ ਨੂੰ ਵੀ ਖਰਾਬ ਕਰਦੇ ਨੇ, ਮਨ ਨੂੰ ਵੀ ਜਨਮ ਮਰਨ ਦੇ ਵਿੱਚ ਲੈ ਕੇ ਜਾਂਦੇ ਨੇ, ਨਾਲ ਨਾਲ ਸਾਡੇ ਤਨ ਨੂੰ ਵੀ ਗਾਲੀ ਜਾਂਦੇ ਨੇ। ਤਾਂ ਹੀ ਗੁਰਬਾਣੀ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ, ਕਹਿੰਦੇ ਕਾਮ ਕ੍ਰੋਧ ਨਗਰ ਮਹਿ ਸਬਲਾ ਬਲਵਾਨ ਨੇ, ਤੇ ਇਹਨਾਂ ਨੂੰ ਜਿੱਤਣ ਵਾਸਤੇ ਤੁਸੀਂ ਇਹਨਾਂ ਨਾਲ ਯੁੱਧ ਕਰਨਾ। ਜਿਹੜਾ ਆਪਾਂ ਸਿਮਰਨ ਕਰ ਰਹੇ ਹਾਂ ਨਾ, ਅਭਿਆਸ ਕਰ ਰਹੇ ਹਾਂ, ਜਿਹੜਾ ਗੁਰਮੁਖ ਆਪਾਂ ਨੂੰ ਸਮਝਾ ਰਹੇ ਸੀ, ਹੈ ਕੋ ਐਸੋ ਹਮਰਾ ਮੀਤ ਬੰਧਨ ਤੇ ਛੁਟਕਾਵੇ, ਪ੍ਰਭੂ ਮਿਲਾਵੇ ਹਰ ਹਰ ਨਾਮ ਸੁਣਾਵੇ। ਜਿਹੜਾ ਉਹ ਹਰੀ ਦਾ ਨਾਮ ਸੁਣਨਾ, ਜਿਹੜਾ ਉਹ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰਨਾ, ਉਹ ਗੁਰਮੁਖਾਂ ਨੇ ਹੁਣ ਆਪਾਂ ਨੂੰ ਦੱਸਿਆ। ਜਿਹੜਾ ਇਹ ਕਾਮ ਕ੍ਰੋਧ ਇਹ ਸਬਲ ਨੇ, ਇਹ ਵਿਚਾਰਾਂ ਵਿੱਚ ਲਿਜਾਂਦੇ ਨੇ, ਇਹਨਾਂ ਨਾਲ ਤੁਸੀਂ ਰੋਜ਼ ਦਾ ਰੋਜ਼ ਯੁੱਧ ਕਰਨਾ। ਜਿਹੜਾ ਯੁੱਧ ਕਰੇਗਾ ਉਹ ਮੁਕਤ ਹੋਏਗਾ। ਜਿਹਨੂੰ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਮਝਾ ਰਹੇ, ਕਹਿੰਦੇ ਕਾਮ ਕ੍ਰੋਧ ਕਾਇਆ ਮੈਂ ਸਬਲਾ ਨਿਤ ਉੱਠ ਉੱਠ ਜੂਝ ਕਰੀਜੈ। ਜਦੋਂ ਤੁਸੀਂ ਆਉਣਾ ਸੰਸਾਰ ਦੇ ਵਿੱਚ, ਇਹਨਾਂ ਨਾਲ ਯੁੱਧ ਕਰਨਾ ਆ, ਤੇ ਆਓ ਸਾਰੇ ਆਪਾਂ, ਕਿਉਂਕਿ ਗੁਰਮੁਖਾਂ ਨੇ ਆਪਾਂ ਨੂੰ ਇਹ ਬੰਧਨਾਂ ਤੋਂ ਮੁਕਤ ਹੋਣ ਦਾ ਗਿਆਨ ਦਿੱਤਾ, ਸਾਨੂੰ ਸੋਝੀ ਦਿੱਤੀ ਹੈ, ਮਨ ਨੂੰ ਨਿਹਚਲ ਕਰਨ ਦਾ ਗਿਆਨ ਦਿੱਤਾ। ਆਪਾਂ ਸਾਰਿਆਂ ਨੇ ਇਹ ਯੁੱਧ ਕਰਨਾ।
ਤਾਂ ਕਿ ਸਾਡਾ ਮਨ ਇਹਨਾਂ ਤੋਂ ਮੁਕਤ ਹੋ ਜੇ। ਪਾਤਸ਼ਾਹ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਉਂਦੇ ਨੇ, ਜਿਨ੍ਹਾਂ ਵੀ ਜੀਵਾਂ ਨੇ ਸਤ ਸੰਗਤ ਕੀਤੀ ਹੈ, ਸਾਧੂ ਦਾ ਸੰਗ ਕੀਤਾ ਹੈ, ਉਹ ਆਪਣੇ ਅੰਦਰੋਂ ਇਹਨਾਂ ਔਗਣਾਂ ਨੂੰ ਕੱਢ ਲੈਂਦੇ ਨੇ। ਜਿਹਦੀ ਪ੍ਰਥਾਏ ਪਾਤਸ਼ਾਹ ਸਮਝਾਉਂਦੇ ਆ, ਮੁਕਤ ਭਏ ਸਤ ਸੰਗਤ ਕਰ, ਤਿਨ ਕੇ ਔਗਣ ਸਭ ਪਰ ਹਰਿਆ। ਐਸੇ ਗੁਰਮੁਖ ਜਨਾਂ ਦਾ ਆਪਾਂ ਨੂੰ ਸੰਗ ਹੋਇਆ। ਆਓ ਜੋ ਉਹਨਾਂ ਨੇ ਆਪਾਂ ਨੂੰ ਤਰੀਕਾ ਦੱਸਿਆ ਉਹ ਆਪਾਂ ਅਪਣਾਉਣਾ ਹੈ। ਨੇਤਰ ਬੰਦ ਕਰਕੇ ਸਵਾਸ ਅੰਦਰ ਜਾਂਦਾ ਵਾਹਿ ਸ਼ਬਦ ਦਾ ਉਚਾਰਨ ਕਰਨਾ, ਸਵਾਸ ਗਗਨ ਆਉਂਦਾ ਗੁਰੂ ਸ਼ਬਦ ਦਾ ਉਚਾਰਨ ਕਰਨਾ, ਤਾਂ ਕਿ ਇਹਨਾਂ ਨਾਲ ਸਾਡਾ ਯੁੱਧ ਹੋ ਜੇ, ਆਪਾਂ ਇਹਨਾਂ ਤੋਂ ਮੁਕਤ ਹੋ ਜਾਈਏ। ਸਾਰੇ ਕਰੋ ਸ਼ੁਰੂ ਜੀ। ਵਾਹ ਗੁਰੂ 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 ਵਾਹ ਗੁਰੂ। सारे गुरमुखों करिए, आलस ना करिए। ये दूत भी बलवान ने, ਅਸੀਂ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ, ਨਾ ਸਾਨੂੰ ਸਵਾ ਦੇਣਾ ਹੈ, ਤਾਂ ਕਿ ਸਾਡੇ ਤੋਂ ਮੁਕਤ ਨਾ ਹੋ ਸਕਣ। युद्ध पूरे जोश दे नाल सौना नहीं गुरमुख प्यारिओ। वाह गुरु 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 वाह
ग्रह 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 ਜਦੋਂ ਯੁੱਧ ਚੱਲਦਾ ਸੌਣਾ ਨਹੀਂ, ਉਦੋਂ ਸਾਵਧਾਨ ਰਹਿਣਾ। ਕਿਉਂਕਿ ਆਖਰੀ ਹਥਿਆਰ ਇਹਨਾਂ ਦਾ ਹੀ, ਤਾਂ ਹੀ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਮਹਾ ਮੋਹਣੀ ਦੂਤਨ ਲਾਈ। ਆਖਰੀ ਹਥਿਆਰ ਨੀਂਦ ਵਿੱਚ ਲਿਜਾਣਾ ਇਹਨਾਂ ਸਾਨੂੰ। नेत्र बंद करके अपनी आवाज विच ध्यान रखना। वाह गृह 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 वाह गृह।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖੋ ਸਾਡਾ ਮਨ ਜਿਹੜਾ ਸ਼ਬਦ ਨਾਲ ਲੱਗ ਜਾਏ ਕਿ ਬਾਹਰ ਦੀ ਆਵਾਜ਼ ਨਾ ਸੁਣੇ ਸਾਨੂੰ। ਸੁਰਤੀ ਨੂੰ ਸ਼ਬਦ ਨਾਲ ਜੋੜਨਾ ਆ। ਇਹ ਜੁੜਨ ਦੇ ਨਾਲ ਹੀ ਸਾਡਾ ਜਿਹੜਾ ਨਾ ਛੁਟਕਾਰਾ ਹੋ ਜਾਣਾ ਹੈ ਸੰਸਾਰ ਦੇ ਨਾਲ। ਜਿਹੜੀਆਂ ਰੁਕਾਵਟਾਂ ਨੇ ਸਾਨੂੰ ਇਸ ਸੰਸਾਰ ਦੇ ਨਾਲ, ਉਹ ਸਾਡਾ ਸੰਬੰਧ ਨਹੀਂ ਟੁੱਟਦਾ। ਇਸ ਤਰੀਕੇ ਨਾਲ ਅਭਿਆਸ ਕਰਨ ਦੇ ਨਾਲ, ਯੁੱਧ ਕਰਨ ਦੇ ਨਾਲ ਇਹਨਾਂ ਤੇ ਫਤਿਹ ਪੈਣੀ ਹੈ। ਤੇ ਜੇ ਆਪਾਂ ਆਲਸ ਕਰਦੇ ਹਾਂ ਫਿਰ ਅਸੀਂ ਇਹਨਾਂ ਦੇ ਵੱਸ ਹੋ ਜਾਂਦੇ ਹਾਂ। ਇਸੇ ਕਰਕੇ ਆਪਾਂ ਨੂੰ ਗੁਰਬਾਣੀ ਰਾਹੀਂ ਪਾਤਸ਼ਾਹ ਗਿਆਨ ਦਿੰਦੇ ਨੇ, ਅਸੀਂ ਮੁਕਤ ਹੋਣਾ ਇਹਨਾਂ ਬੰਧਨਾਂ ਤੋਂ। ਸਾਡਾ ਜਿਹੜਾ ਇਹ ਮਨ ਆ ਨਾ, ਜਦੋਂ ਇਹ ਕਾਮ ਕ੍ਰੋਧ ਨੂੰ ਛੱਡੇਗਾ, ਲੋਭੀ ਹੋ ਜਾਏਗਾ। ਲੋਭ ਨੂੰ ਵੀ ਗੁਰਬਾਣੀ ਦੇ ਵਿੱਚ ਸਬਲ ਕਿਹਾ, ਬਲਵਾਨ ਕਿਹਾ। ਇੰਨਾ ਬਲਵਾਨ ਕਿ ਸਾਨੂੰ ਸੁੱਧ ਨਹੀਂ ਰਹਿਣ ਦਿੰਦਾ ਆਪਣੇ ਸੰਗੀ ਸਾਥੀਆਂ ਦੀ। ਸਭ ਤੋਂ ਨੇੜੇ ਪਰਿਵਾਰ, ਇਹਨਾਂ ਦੀ ਵੀ ਸੁੱਧ ਨਹੀਂ ਰਹਿਣ ਦਿੰਦਾ। ਇਹਦੇ ਵਸ ਵਿੱਚ ਹੋਇਆ, ਇਹਦੇ ਬੰਧਨ ਵਿੱਚ ਬੱਝਿਆ ਹੋਇਆ ਜੀਵ, ਉਹਨੂੰ ਗੁਰਬਾਣੀ ਵਿੱਚ ਹਲਕੇ ਕੁੱਤੇ ਦੀ ਨਿਆਈ ਕਿਹਾ। ਆਪਾਂ ਨੂੰ ਗੁਰਬਾਣੀ ਰਾਹੀਂ ਗੁਰਮੁਖਾਂ ਨੇ ਗਿਆਨ ਦਿੱਤਾ ਵੀ ਜਿਵੇਂ ਇੱਕ ਕੁੱਤਾ ਆ, ਉਹਦੇ ਅੰਦਰ ਲਹਿਰ ਪੈਦਾ ਹੋ ਜਾਂਦੀ, ਉਹ ਹਲਕ ਜਾਂਦਾ, ਉਹਨੂੰ ਸੁੱਧ ਮਾਰੀ ਜਾਂਦੀ ਹੁੰਦੀ, ਉਹ ਪਾਲਣ ਵਾਲੇ ਨੂੰ ਵੀ ਕੱਟਣਾ ਸ਼ੁਰੂ ਕਰ ਦਿੰਦਾ। ਜਿਹੜਾ ਉਹਦੀ ਸੇਵਾ ਕਰਦਾ ਹੈ ਦਿਨ ਰਾਤ, ਉਹਨੂੰ ਭੋਜਨ ਦਿੰਦਾ, ਖੁਰਾਕ ਦਿੰਦਾ, ਉਹਨੂੰ ਦੇਖਦਾ ਆ, ਉਹਨੂੰ ਵੀ ਉਹ ਵੱਢਣਾ ਸ਼ੁਰੂ ਕਰ ਦਿੰਦਾ। ਇਸ ਅਵਸਥਾ ਵਿੱਚ ਪਾਤਸ਼ਾਹ ਨੇ ਗੁਰਬਾਣੀ ਵਿੱਚ ਆਪਾਂ ਨੂੰ ਗਿਆਨ ਦਿੱਤਾ, ਕਹਿੰਦੇ ਜਿਉਂ ਕੂਕਰ ਹਲਕਾਇਆ ਧਾਵੈ ਦਹਿ ਦਿਸ ਜਾਏ। ਜਿਵੇਂ ਉਹ ਲਹਿਰ ਉਹਦੇ ਅੰਦਰ ਪ੍ਰਗਟ ਹੋਈ, ਉਹ ਹਲਕ ਗਿਆ, ਜਿੱਧਰ ਨੂੰ ਮੁੱਖ ਆਇਆ ਉਧਰ ਨੂੰ ਭੱਜਣਾ ਸ਼ੁਰੂ ਕਰ ਦਿੱਤਾ, ਜਿਹੜਾ ਅੱਗੇ ਆਇਆ ਉਹਨੂੰ ਵੱਢਣਾ ਸ਼ੁਰੂ ਕਰ ਦਿੱਤਾ। ਮਹਾਰਾਜ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਉਂਦੇ, ਇਸੇ ਤਰੀਕੇ ਦੇ ਨਾਲ ਹੀ ਸਾਡਾ ਜਿਹੜਾ ਇਹ ਮਨ ਆ, ਇਹ ਫਿਰ ਨਹੀਂ ਦੇਖਦਾ ਇਹ ਮੇਰਾ ਮਾਤਾ ਆ, ਇਹ ਮੇਰਾ ਪਿਤਾ ਆ, ਇਹ ਭੈਣ ਆ, ਭਰਾ ਆ। ਜਿਹੜਾ ਵੀ ਅੱਗੇ ਆਉਂਦਾ ਉਹਦਾ ਹੱਕ ਮਾਰਨਾ ਸ਼ੁਰੂ ਕਰ ਦਿੰਦਾ ਹੈ। ਇਸ ਅਵਸਥਾ ਵਿੱਚ ਹੀ ਪਾਤਸ਼ਾਹ ਕਹਿੰਦੇ ਆ, ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਤਿਉਂ ਲੋਭੀ ਜੰਤ ਨਾ ਜਾਣਈ, ਭਖ ਅਪਖ ਸਭ ਖਾਏ। ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਗਿਆਨ ਦਿੱਤਾ, ਇਹ ਜਿਹੜਾ
ਬੰਧਨ ਜਾਂ ਮੋਹ ਦਾ, ਜਿਹਨੂੰ ਗੁਰਬਾਣੀ ਵਿੱਚ ਫਾਹੀ ਕਿਹਾ। ਇਹ ਫਾਹੀ ਸਾਡੇ ਗਲ ਵਿੱਚ ਪਈ ਹੋਈ ਹੈ, ਜਿਹਦੇ ਕਰਕੇ ਸਾਡਾ ਛੁਟਕਾਰਾ ਨਹੀਂ ਹੋ ਰਿਹਾ। ਜਿੰਨਾ ਚਿਰ ਅਸੀਂ ਇਹ ਫਾਹੀ ਨੂੰ ਕੱਟਦੇ ਨਹੀਂ, ਉਹਨਾਂ ਚਿਰ ਅਸੀਂ ਮੁਕਤ ਨਹੀਂ ਹੁੰਦੇ, ਆਜ਼ਾਦ ਨਹੀਂ ਹੁੰਦੇ। ਗੁਰਮੁਖਾਂ ਨੇ ਹੁਣ ਆਪਾਂ ਨੂੰ ਗਿਆਨ ਦਿੱਤਾ ਆ, ਸਾਨੂੰ ਸੋਝੀ ਦਿੱਤੀ ਆ ਇਹ ਫਾਹੀ ਨੂੰ ਕੱਟਣ ਦੀ, ਇਹ ਬੰਧਨ ਤੋਂ ਆਜ਼ਾਦ ਹੋਣ ਦੀ। ਕਿਵੇਂ ਅਸੀਂ ਇਸ ਮੋਹ ਤੋਂ ਮੁਕਤ ਹੋਣਾ? ਕਿਉਂਕਿ ਜਿੰਨਾ ਚਿਰ ਅਸੀਂ ਇਹ ਬੰਧਨ ਨੂੰ ਕੱਟਦੇ ਨਹੀਂ, ਉਹਨਾਂ ਚਿਰ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਜਮਾਂ ਤੋਂ ਸਾਡਾ ਖਹਿੜਾ ਨਹੀਂ ਛੁੱਟਦਾ। ਪਾਤਸ਼ਾਹ ਕਹਿੰਦੇ ਵਾਰ-ਵਾਰ ਕਿਉਂ ਖੱਜਲ ਹੋ ਰਹੇ ਆ, ਵਾਰ-ਵਾਰ ਕਿਉਂ ਖੁਆਰ ਹੋ ਰਹੇ ਆ ਕਿ ਗੁਰੂ ਦੀ ਮੱਤ ਲੈ ਕੇ ਇਹ ਬੰਧਨ ਤੋਂ ਆਜ਼ਾਦ ਨਹੀਂ ਹੋ ਰਹੇ। ਪਾਤਸ਼ਾਹ ਸਾਨੂੰ ਸਮਝਾ ਰਹੇ, ਕਹਿੰਦੇ ਹੇਤ ਕੇ ਬੰਧਨ ਤੋੜ ਨਾ ਸਕੈ, ਤਾਂ ਜਮ ਕਰੈ ਖੁਆਰੀ ਜੀਓ। ਜੇ ਇਹ ਬੰਧਨਾਂ ਨੂੰ ਨਹੀਂ ਤੂੰ ਇਹਦੇ ਤੋਂ ਮੁਕਤ ਹੁੰਦਾ ਤਾਂ ਜਮ ਵਾਰ-ਵਾਰ ਤੈਨੂੰ ਖੁਆਰ ਕਰਦੇ ਨੇ, ਤਾਂ ਵਾਰ-ਵਾਰ ਜਨਮ ਮਰਨ ਦੇ ਵਿੱਚ ਆਉਣਾ ਹੈ। ਤਾਂ ਹੀ ਪਾਤਸ਼ਾਹ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਆ, ਇੱਕ ਆ ਬੰਧਨ ਸਾਡਾ ਹਉਮੈ ਹੰਕਾਰ। ਬਾਣੀ ਵੀ ਪੜ੍ਹੀ ਜਾਂਦੇ ਆ, ਸਿਮਰਨ ਵੀ ਕਰੀ ਜਾਂਦੇ ਆ, ਤੇ ਜਿਹੜਾ ਸਾਡਾ ਅੰਦਰ ਇਹ ਹਉਮੈ ਨਹੀਂ ਛੱਡਦਾ, ਦੂਸਰਿਆਂ ਨੂੰ ਸੁਣਾਈ ਵੀ ਜਾਂਦੇ ਆ, ਦੂਸਰਿਆਂ ਨੂੰ ਗਿਆਨ ਦੇ ਵੀ ਜਾਂਦੇ ਆ, ਲੇਕਿਨ ਆਪ ਇਹ ਹੰਕਾਰ ਤੋਂ ਮੁਕਤ ਨਹੀਂ ਹੋਏ, ਆਪ ਇਹ ਬੰਧਨ ਤੋਂ ਮੁਕਤ ਨਹੀਂ ਹੋਏ। ਤੇ ਮਹਾਰਾਜ ਕਹਿੰਦੇ ਜਿੰਨਾ ਚਿਰ ਤੁਸੀਂ ਇਹ ਬੰਧਨ ਵਿੱਚ ਬੱਝੇ ਹੋਏ ਹੋ, ਹਉਮੈ ਵਿੱਚ, ਉਹਨਾਂ ਚਿਰ ਤੁਸੀਂ ਮੁਕਤ ਹੋ ਵੀ ਨਹੀਂ ਸਕਦੇ, ਭਾਵੇਂ ਜਿੰਨਾ ਮਰਜ਼ੀ ਤੁਸੀਂ ਜਪੀ ਜਾਓ, ਧਿਆਈ ਜਾਓ। ਤੁਸੀਂ ਭਰਮ ਦੇ ਵਿੱਚ ਰਹਿਣਾ ਵੀ ਮੇਰੇ ਜਿੰਨਾ ਗਿਆਨ ਕਿਸੇ ਨੂੰ ਨਹੀਂ, ਤੇ ਜਿਹੜਾ ਮੈਂ ਸੁਣਾ ਦਿੰਦਾ ਆ ਮੇਰਾ ਸੁਣ ਕੇ ਜੀ ਮਗਰ ਬੜੇ ਲੱਗ ਜਾਂਦੇ ਸਾਡੇ, ਵੀ ਜੋ ਮੈਂ ਗਿਆਨ ਸੁਣਾਉਣਾ ਨੇ ਮੇਰੇ ਜਿੰਨਾ ਨਹੀਂ ਗਿਆਨ ਕਿਸੇ ਨੂੰ। ਤੇ ਬੜਾ ਕਹਿੰਦੇ ਨੇ ਬੜੀ ਸੋਹਣੀ ਤੁਸੀਂ ਕਥਾ ਕਰਦੇ ਹੋ, ਬੜਾ ਸੋਹਣਾ ਤੁਸੀਂ ਸਿਮਰਨ ਕਰਾਉਣੇ ਹੋ। ਮਹਾਰਾਜ ਗੁਰਬਾਣੀ ਵਿੱਚ ਸਾਨੂੰ ਕੀ ਸਮਝਾਉਂਦੇ? ਅਸੀਂ ਭਰਮ ਵਿੱਚ ਪੈ ਗਏ ਵੀ ਅਸੀਂ ਕਰਾ ਰਹੇ ਹਾਂ। ਸਤਿਗੁਰੂ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਆ, ਸਭ ਘਟ ਮੇਰੇ ਹਉ ਸਭਨਾ ਅੰਦਰ। ਵਾਹਿਗੁਰੂ ਜੀ ਕੀ ਫਤਿਹ। ਆਪਾਂ ਕੀ ਵਿਚਾਰ ਕਰ ਰਹੇ ਸੀ? ਸਭ ਘਟ ਮੇਰੇ ਹਉ ਸਭਨਾ ਅੰਦਰ, ਵੀ ਸਾਰੇ ਇਹ ਸਰੀਰ ਮੇਰੇ ਨੇ, ਸਾਰਿਆਂ ਦੇ ਅੰਦਰ ਮੈਂ ਬੈਠਾ ਹੋਇਆ। ਜਿਸ ਨੂੰ ਮੈਂ ਅੰਦਰੋਂ ਜਨਾਵਾਂਗਾ ਉਹੀ ਜਾਣੇਗਾ, ਜਿਸ ਨੂੰ ਮੈਂ ਅੰਦਰ ਬੈਠਾ ਭੁਲਾ ਦਿਆਂ ਉਹਨੂੰ ਕੋਈ ਜਨਾ ਨਹੀਂ ਸਕਦਾ। ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਨਾ, ਜਿਸਾ ਹੈ ਜਨਾਹੀ ਸੋਈ ਜਨ ਜਾਣੈ। ਕਿਸੇ ਦੇ ਸਮਝਾਇਆ ਕੋਈ ਜੀਵ ਸਮਝਦਾ ਨਹੀਂ ਤੇ ਕੋਈ ਸਮਝਾ ਵੀ ਨਹੀਂ ਸਕਦਾ। ਤਾਂ ਹੀ ਮਹਾਰਾਜ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ, ਸਭ ਘਟ ਮੇਰੇ ਹਉ ਸਭਨਾ ਅੰਦਰ, ਜਿਸੇ ਖੁਆਈ ਤਿਸ ਕੌਣ ਕਹੈ। ਇਸੇ ਤਰ੍ਹਾਂ ਪਾਤਸ਼ਾਹ ਸਾਨੂੰ ਸਮਝਾਉਂਦੇ, ਕਹਿੰਦੇ ਦੇਖੋ ਸਿਮਰਨ ਵੀ ਕਰੀ ਜਾਂਦੇ ਨੇ, ਕਥਾ ਕਹਾਣੀਆਂ ਵੀ ਕਰੀ ਜਾਂਦੇ ਨੇ, ਲੇਕਿਨ ਆਪ ਭਰਮ ਦੇ ਵਿੱਚ ਪੈ ਗਏ ਨੇ, ਆਪ ਹਉਮੈ ਹੰਕਾਰ ਦੇ ਵਿੱਚ ਪੈ ਗਏ ਨੇ। ਤੇ ਸਾਨੂੰ ਗੁਰਬਾਣੀ ਰਹੀ ਪਾਤਸ਼ਾਹ ਸਮਝਾਉਂਦੇ, ਕਹਿੰਦੇ ਰਵਣੀ ਰਵੈ ਬੰਧਨ ਨਹੀਂ ਟੂਟੈ।
विच हौमे भरम ना जाई। हौमे दे विच भरम नहीं खत्म होना, हौमे दे विच मालिक निरंकार दे नाल मिलाप नहीं होना, हौमे दे विच साडे अंदर शब्द नहीं वसना, नाम नहीं वसना। क्योंकि सतगुरु गुरबाणी विच आपां नूं समझाउंदे हौमे नामे नाल विरोध है, दोए ना बसै इक ठाए। जिथे हौमे जिथे हंकार उथे नाम नहीं वस सकदा, जिथे नाम उथे हौमे नहीं आ सकदी। सुखमनी साहिब दी बाणी दे अंदर पातशाह कहंदे आ जिहड़ा जीव सिमरन करदा आ हौमे दा जिहड़ा रोग है ना, ये हंकार दा रोग आ, ये साडी भगती जिहड़ी ना सारी खोह लैंदा, साडा ज्ञान सारा खोह लैंदा। ते फिर आपां नूं उदाहरणां दित्तियां पातशाह ने। हरनाकश जिन्हें भगती कीती लेकिन उनका रस्ता बदल गया, हौमे विच आ गया। वो मालिक निरंकार की बराबरी करनी शुरू कर दी, मेरे जिन्ना हुण मेरी भगती करो। जिस मालिक निरंकार ने कृपा की उन्होंने छड्ड के कहंदा हुण मैं सारा कुछ हाँ, सच दा मैं ही हाँ, बस मेरी भगती करो। भगती का मार्ग बदल गया, हौमे हंकार दे विच आ गया। भगती की रावण ने, किन्ना उनका प्यार, वो प्यार दे विच ही आपां नूं समझा दिता भी अपना सीस भी अर्पण कर दिंदा सी, अपने मालिक दे अगे अपना सीस भी अर्पण कर दिंदा सी। इन्ना उहदे मन दे विच प्यार। लेकिन हौमे हंकार दे विच आउण ते ही उनका रस्ता बदल गया, भगती का मार्ग बदल गया। आपां नूं हुण गुरबाणी दे विच पातशाह समझाउंदे इस अवस्था दे विच तुसीं सच निरंकार दी प्राप्ति नहीं कर सकदे। गुरबाणी ही आपां नूं समझाउंदे ना, हौं हौं करत नहीं सच पाईए। जे असी मैं करते रहांगे भी मैं कीता आ, मैं ऐ करदा आ, पातशाह कहंदे तुसीं आप तो सच की प्राप्ति नहीं कर सकते। सुखमनी साहिब की बाणी के अंदर आप पढ़ते ना, जे जाना हों भगत ज्ञानी आगे ठाकुर तिल नहीं मानी। जे असी इस अवस्था में आ गए फिर पातशाह कहंदे आ असी तो अपना आप गवा गए। असी तो ये जन्म जिहड़ा सानू मिलिया सी मालिक निरंकार ने दिता सी, वो असी व्यर्थ गवा लिया। ते जे आपां इस मार्ग ते चल पे, इत्थे पहुंच गए सतोगुण ते, इन्हां चों निकल गया मन साडा, इत्थे बैठे हैं, मन विच दया आ जांदी, किसी ते दया कर दी, देखिया भी इहदे कोल ना भोजन नहीं खाण नूं पैसे नहीं, पैसे देते। जे असी देखिया इहदे कोल रहण वास्ते कोई जगह नहीं, जगह देती, मकान बनाता, कपड़े नहीं, कपड़े देते, कि मैं तो दान पुण्य करना, मैं तो भुखिया नूं भोजन छका देना, कपड़े दे देना। इत्थों तक सीमत है, मैनू भगती करन दी की लोड़ है? मैं किहड़ा किसी दा माड़ा करदा, चंगा ही करदा। मैं मन विच निमरता आ गई, नीवें होकर चलना शुरू कर दिता, संतोख आ गया, तृष्णा खत्म हो गई, मन दे विच संतोख आ गया, जस सत आ गया। लेकिन गुरबाणी विच पातशाह सानू समझाउंदे ने, इत्थे जे साडा मन बैठा रहा मुक्त फिर भी नहीं हुंदा। जिहड़ा गुरबाणी विच पातशाह आपां नूं समझाउंदे, कहंदे जप तप संजम साधिया तीर्थ कीचै, वास पुन दान चंगियाइयां बिन साचे क्या तास। ये करदिया होया, पुन दान करदिया होया इत्थे बैठिया असीं जे मालिक निरंकार दा भेत नहीं सानू आया, पातशाह कहते फिर भी साडे किसे काम नहीं। आपां नूं गुरबाणी विच पातशाह समझाउंदे आ, इत्थे बैठ के ये साडे रस्ते विच जिहड़ा आ ना घर नूं जाण दे विच मदद बन जांदी साडी। जिहड़ा साडा मन तृष्णा विच जांदा है,
इथों असीं उपर उठ गए, संतोख आ गया। मन साडा इस मार्ग ते चलदा सी, विचारां विच चलदा सी, जद सत आ गया साडे विच, बच के काम करो तो मन विच जिहड़ा आ हौमे हंकार दे विच जाके दूसरे दा माड़ा करदा सी, मन विच दया आ गई। इस रस्ते तो साडा पंध सौखा हो जाता जे आपां सिमरन करदे हां, अभ्यास करदे हां, क्योंकि महाराज गुरबाणी दे विच सानूं समझाउंदे जे तां असीं इत्थे खेडदे हां, इस रस्ते ते खेलदे हां, फिर तां असीं अपने जन्म नूं हार जांदे हां। जिन्हों पातशाह गुरबाणी विच सानूं समझाउंदे आ, काम क्रोध माया मद मत सर, इन्हां दे नशे दे अंदर असीं मस्त हो जाने, माया दे विच फस जाने आ। ये खेलत सब जूए हार है, इन्हां नाल खेल के असीं अपना जन्म जूए विच गवा जाने आ। जे आपां इत्थे बैठे आ, इथों साडे घर नूं जाण दा रस्ता है। जिहड़ा साडा घर आ, ये मदद करते हैं सानू घर दे विच जाण वास्ते। जिन्हों पातशाह गुरबाणी विच सानू समझाउंदे आ, सत संतोख दया धर्म सच, ये ग्रह अपने भीतर बारे। जिहड़ा साडा ग्रह है, इथों रस्ता है साडे उस ग्रह नूं जाणन दा, उस घर नूं जाणन दा। जदों आपां इत्थे बैठ के फिर सिमरन करदे हां, अभ्यास करदे हां, फिर साडा मन जिहड़ा इहदे तों उपर उठ जांदा है, अपने घर चला जाता है। जिहड़ा साडा घर गुरबाणी दे विच आपां नूं दस्सिया, सतगुर ते पाए विचारा, सुन समाध सच्चे घर बार। जदों आपां इह तों उपर उठ के शब्द नाल जुड़ जांगे, बंधनां तो आज़ाद हो गए। जिहड़ा ये आके त्रै गुणा विच असीं जन्म मरण दे विच चल रहे सी, ये त्रै गुणा दे बंधनां तो, जन्म मरण दे बंधनां तो असीं मुक्त हो गए। जिहड़ा आपां नूं गुरबाणी विच पातशाह ज्ञान दे रहे ने, ये आपां संतां तो, साधु जनां तो, गुरमुखां तो इस मार्ग दा ज्ञान लैके चलदे हां, ते इत्थे जाके साडा मन फिर निहचल हो जांदा है। गुरमुख जन सानू फिर इस घर दा ज्ञान देंदे ने, सोझी देंदे, क्योंकि आप ये त्रै गुणा तो उपर वसदे ने, घर दे विच वसदे ने। निशानी आपां नूं गुरबाणी विच दसी, वो जो मालिक निरंकार ने घर बना के दिता, उथे वो सेवक बन के उन्हां दा आउणा जाना बनिया होया है। जिहड़ा भी जीव गुरमुखां कोल आउंदा, संत जनां दा संग करदा, साधु जनां दा संग करदा, उन्हां नूं इस घर दे विच बिठा दिंदे ने। इस घर दे विच बिठा के उस बाणी नाल जुड़ जांदे ने, उस अनहद बाणी नूं सुनाउणा शुरू कर दिंदे ने, उहदा भेद दे दिंदे ने, जिहड़ा धन उन्हां नूं मालिक निरंकार ने बख्शिश कीता होया। तां ही असीं लोचदे हां, तां ही असीं मंग करदे हां कि ऐसे गुरमुख मिला दिओ। जिवें चौथे पातशाह साहिब श्री गुरु रामदास जी महाराज सानू समझाउंदे, कहंदे संत जना हर मेल हर पाया। जिन्हां ने उस हरि की प्राप्ति की, उस निरंकार की प्राप्ति की, ऐसे संत जना का मिलाप हो जाए, तो जदों सानू मिलाप हो जाता वडभागी बन जाते, क्योंकि वो सानू फिर दसदे ने वो तरीका, वो विधि भी किवें तुसीं भी अपने मन जिहड़ा तुहाडा ये चोर बन गया, ये साकत बन गया, ये मनमुख बन गया, ये अज्ञानी बन गया, इन्हें संत किवें बनना है। क्योंकि गुरबाणी दे राही गुरमुखां ने आपां नूं ज्ञान दिता, ये जिहड़ी पूंजी आ ना अनहद बाणी दी, ये तुहानूं प्राप्ति तां हुंदी आ जे सतगुर किरपा करदे, ऐसे संत मिला दे, ऐसे साधु मिला दे, ते उन्हां दी तुसीं सेवा ते लग जाओ। जदों तुसीं उन्हां दी सेवा ते लग जाओगे, वो प्रसन्न हो जाणगे तुहाडे ते, प्रसन्न होकर तुहाडा ये मार्ग छड़ा देणगे। तुहानूं जिस मार्ग ते चल के तुसीं लुटे जांदे हो, जिहदे परथाए पातशाह गुरबाणी दे विच सानूं समझाउंदे ने, जह पैंडे लुटी पनहारी सो मार्ग संतन दुरारी। जिस मार्ग ते असीं लुटे जाने चलदियां होइयां, ये लुट लैंदे ने पंज,
ਉਹ ਮਾਰਗ ਜਿਵੇਂ ਉਹਨਾਂ ਨੇ ਛੱਡਿਆ ਆ, ਸਾਨੂੰ ਵੀ ਉਹ ਛਡਾ ਦਿੰਦੇ ਨੇ, ਤੇ ਜਿਹੜਾ ਧਨ ਉਹਨਾਂ ਕੋਲੋਂ ਸਾਨੂੰ ਵੀ ਦਵਾ ਦਿੰਦੇ ਨੇ। ਜਿਹਦੇ ਪਰਥਾਏ ਪਾਤਸ਼ਾਹ ਕਹਿੰਦੇ ਅਨਹਤ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ। ਉਹ ਅਨਹਤ ਬਾਣੀ ਦਾ ਗਿਆਨ ਜਦੋਂ ਆਪਾਂ ਉਹਨਾਂ ਦੀ ਸੰਗਤ ਕਰਦੇ ਆ ਨਾ, ਉਹ ਫਿਰ ਸਾਡੇ ਇਹ ਪੰਜ ਜਿਹੜੇ ਨੇ ਵਸ ਵਿੱਚ ਆ ਜਾਂਦੇ ਨੇ, ਜਿਹਨੂੰ ਪਾਤਸ਼ਾਹ ਕਹਿੰਦੇ ਸੰਤ ਸੁਪਰਸੰਨ ਆਵੈ ਬਸ ਪੰਚਾ। ਕਿਉਂਕਿ ਜੁਗਤੀ ਦੱਸਦੇ ਨੇ ਉਹਨਾਂ ਦੀ ਸੇਵਾ ਦਾ ਫਲ ਸਾਨੂੰ ਮਿਲਦਾ ਹੈ। ਜਿਹੜੀ ਸੇਵਾ ਅਸੀਂ ਉਹਨਾਂ ਦੀ ਕਰਦੇ ਹਾਂ, ਜਿਹਨੂੰ ਪਾਤਸ਼ਾਹ ਕਹਿੰਦੇ ਸੰਤ ਕੀ ਸੇਵਾ ਨਾਮ ਧਿਆਈ ਹੈ। ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ, ਉਹਨਾਂ ਸੰਤ ਜਨਾਂ ਦੀ ਸੇਵਾ ਕਰਦੇ ਹਾਂ, ਉਹਨਾਂ ਦੇ ਉਪਦੇਸ਼ ਨੂੰ ਮੰਨਦੇ ਹਾਂ, ਤੇ ਫਿਰ ਸਾਨੂੰ ਇਹ ਫਲ ਪ੍ਰਾਪਤ ਹੋ ਜਾਂਦਾ ਹੈ। ਇਹ ਸ਼ਬਦ ਦਾ ਅਭਿਆਸ ਕਰਦਿਆਂ ਹੋਏ ਪੰਜਾਂ ਤੋਂ ਰਹਿਤ ਹੋ ਜਾਂਦੇ ਹਾਂ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਸਾਰਿਆਂ ਨੇ, ਜੋ ਵੀ ਆਪਾਂ ਸੁਣਦੇ ਆ ਉਹਨੂੰ ਆਪਣੇ ਅੰਦਰ ਵਸਾਉਣਾ, ਬੜਾ ਬਰੀਕੀ ਦੇ ਨਾਲ ਵਿਚਾਰ ਕਰਨੀ ਵੀ ਜਿਨ੍ਹਾਂ ਗੁਰਮੁਖਾਂ ਦੀ ਯਾਦ ਦੇ ਅੰਦਰ ਆਪਾਂ ਜੁੜ ਬੈਠੇ ਆ, ਉਹ ਮੁਕਤ ਹੋਏ, ਉਹ ਬੰਧਨਾਂ ਤੋਂ ਆਜ਼ਾਦ ਹੋਏ, ਤੇ ਅਸੀਂ ਉਹਨਾਂ ਦਾ ਸੰਗ ਕਰਕੇ ਉਹਨਾਂ ਦੀ ਸਿੱਖਿਆ ਲੈ ਕੇ, ਵੀ ਸਾਡੇ ਅੰਦਰ ਉਹਨਾਂ ਦੀ ਸਿੱਖਿਆ ਵਸੀ ਆ ਕਿ ਅਸੀਂ ਗੁਲਾਮ ਹੋ ਗਏ ਆ, ਆਪਣਾ ਧਰਮ ਛੱਡ ਬੈਠੇ ਆ। ਇਹ ਜੋ ਮਾਇਆ ਦਾ ਰਸਤਾ ਹੈ, ਜੋ ਉਹਨੇ ਸਾਡੇ ਜੀਵਨ ਦੀ ਰੂਪ ਰੇਖਾ ਤਿਆਰ ਕੀਤੀ, ਉਸ ਮੁਤਾਬਕ ਜਿਉਣਾ ਸ਼ੁਰੂ ਕਰ ਦਿੱਤਾ ਹੈ। ਅਸੀਂ ਗੁਰੂ ਦੀ ਮੱਤ ਅਨੁਸਾਰ ਜਿਉਣੇ ਆ, ਜਾਂ ਇਹ ਮਾਇਆ ਨੇ ਜਿਹੜੇ ਸਾਡੇ ਰੂਪ ਰੇਖਾ ਤਿਆਰ ਕਰ ਦਿੱਤੀ ਆ, ਉਸ ਮੁਤਾਬਕ ਅਸੀਂ ਜਿਉਣਾ ਸ਼ੁਰੂ ਕਰ ਦਿੱਤਾ ਹੈ। ਕਿਉਂਕਿ ਗੁਰਬਾਣੀ ਵਿੱਚ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਆ, ਜੇ ਤਾਂ ਆਪਾਂ ਇਹ ਮਾਇਆ ਦੇ ਦੇਸ਼ ਵਿੱਚ ਆ, ਵਿਚਾਰਾਂ ਵਿੱਚ ਆ, ਫੁਰਨਿਆਂ ਵਿੱਚ ਆ, ਤੇ ਫਿਰ ਤਾਂ ਵਾਸਿਆ ਇਹਨਾਂ ਦੇ ਆਪਾਂ। ਫਿਰ ਤਾਂ ਇਹ ਜੋ ਸਾਨੂੰ ਜੀਵਨ ਸਿਖਾ ਰਹੇ, ਉਸ ਮੁਤਾਬਕ ਅਸੀਂ ਚੱਲ ਰਹੇ ਹਾਂ। ਤੇ ਜੇ ਅਸੀਂ ਗੁਰੂ ਦੀ ਮੱਤ ਲਈ ਹੈ, ਗੁਰੂ ਦੇ ਉਪਦੇਸ਼ ਨੂੰ ਸੁਣਿਆ ਮੰਨਿਆ, ਤੇ ਫਿਰ ਆਪਾਂ ਇਹ ਛੱਡ ਜਾਵਾਂਗੇ ਰਸਤੇ ਨੂੰ, ਫਿਰ ਆਪਣੇ ਧਰਮ ਨੂੰ ਕਮਾਵਾਂਗੇ। ਜਿਹੜਾ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਧਰਮ ਦ੍ਰਿੜੋ ਹਰ ਨਾਮ ਧਿਆਵੋ। ਧਰਮ ਨੂੰ ਦ੍ਰਿੜ ਕਰਾਂਗੇ, ਨਾਮ ਨੂੰ ਧਿਆਵਾਂਗੇ। ਜਿਹਦਾ ਗਿਆਨ ਸਾਨੂੰ ਸਿਮਰਤੀਆਂ ਵਿੱਚ ਦਿੱਤਾ ਹੋਇਆ, ਜਿਹਦਾ ਗਿਆਨ ਸਾਨੂੰ ਵੇਦਾਂ ਵਿੱਚ ਦਿੱਤਾ ਹੋਇਆ, ਜਿਹਨੂੰ ਪਾਤਸ਼ਾਹ ਕਹਿੰਦੇ ਵੇਦਾਂ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੈ ਜਿਉਂ ਬੇਤਾਲਿਆ। ਜੇ ਅਸੀਂ ਉਸ ਨੂੰ ਨਹੀਂ ਸੁਣਦੇ, ਅਸੀਂ ਕਮਲਿਆਂ ਦੀ ਨਹੀਂ ਤੁਰੇ ਫਿਰਦੇ ਆ। ਫਿਰ ਤਾਂ ਇਹ ਜਿਹੜੇ ਰਾਜੇ ਨੇ ਸਾਨੂੰ ਲਾਲਚ ਦੇ ਕੇ ਆਪਣੇ ਵਸ ਵਿੱਚ ਕਰ ਲਿਆ, ਤੇ ਉਹਨਾਂ ਦਾ ਜਿਹੜਾ ਜੀਵਨ ਅਸੀਂ ਸੁਣ ਕੇ ਉਹਦੇ ਤੇ ਕੋਈ ਅਮਲ ਨਹੀਂ ਕੀਤਾ, ਉਸ ਮੁਤਾਬਕ ਚੱਲੇ ਨਹੀਂ ਅਸੀਂ। ਗੁਰਮੁਖਾਂ ਨੇ ਛੋਟੀ ਉਮਰ ਦੇ ਵਿੱਚ ਹੀ ਸਾਨੂੰ ਐਸਾ ਗਿਆਨ ਬਖਸ਼ਿਸ਼ ਕਰ ਦਿੱਤਾ ਹੈ ਕਿ ਇਹ ਸੰਸਾਰ ਦੀ ਸਾਨੂੰ ਵਡਿਆਈ ਨਹੀਂ ਚਾਹੀਦੀ, ਇਹ ਸਾਡੇ ਕਿਸੇ ਕੰਮ ਆਉਣ ਵਾਲੀ ਨਹੀਂ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਤਾਂ ਅਸੀਂ ਪੜ੍ਹਦੇ ਹਾਂ ਵੀ ਇੱਥੋਂ ਦਾ ਜਿੰਨਾ ਮਰਜ਼ੀ ਸਾਨੂੰ ਸੁੱਖ ਮਿਲ ਜਾਏ, ਕਾਲ ਦੇ ਦੇਸ਼ ਦਾ ਜਿੰਨਾ ਮਰਜ਼ੀ ਸਮਾਂ ਇਹ ਕਾਲ ਦੇ ਦੇਸ਼ ਦੇ ਅੰਦਰ ਅਸੀਂ ਰਹੀਏ, ਲੇਕਿਨ ਜਿੰਨਾ ਚਿਰ ਉਸ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਨਹੀਂ ਹੁੰਦਾ, ਉਸ ਦੀ ਅਸੀਂ ਪਹਿਚਾਣ ਨਹੀਂ ਕਰਦੇ, ਉਹਨਾਂ ਚਿਰ ਸਾਡੇ ਮਨ ਦੀ ਅਵਸਥਾ ਕੀ ਹੋ ਜਾਂਦੀ ਹੈ। ਰੋਜ਼ ਪੜ੍ਹਦੇ ਆ ਨਾ ਬਾਦਸ਼ਾਹ ਦੇ ਬਚਨ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ। ਨਾਲ ਚਲੇ ਸਭ ਕੋਈ ਚੰਗਾ, ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ, ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ। ਕੀ ਫਾਇਦਾ ਹੋਇਆ ਸਾਡਾ? ਮਾਨਸ ਜਨਮ ਸਾਨੂੰ ਮਿਲਿਆ, 84 ਲੱਖ ਤੋਂ ਉੱਤੋਂ ਸਤਿਗੁਰ ਨੇ ਕਿਰਪਾ ਕੀਤੀ ਸਾਡੇ ਤੇ, ਜਿਹਨੂੰ ਪਾਤਸ਼ਾਹ ਕਹਿੰਦੇ 184 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਉਹਨੇ ਸਾਨੂੰ 84 ਲੱਖ ਤੋਂ ਉੱਤਮ ਇੱਕ ਮੌਕਾ ਬਖਸ਼ਿਸ਼ ਕਰ ਦਿੱਤਾ ਵੀ ਇਹਨਾਂ ਨੂੰ ਮਾਨਸ ਜਨਮ, ਕਿਉਂਕਿ ਗਿਆਨ ਜ਼ਿਆਦਾ ਆ, ਇਹਦੇ ਵਿੱਚ ਅਕਲ ਦਿੱਤੀ ਹੋਈ ਆ, ਇਹ ਇਸ ਜਨਮ ਵਿੱਚ ਆ ਕੇ ਇਹ ਮਨੁੱਖਾ ਦੇਹੀ ਨੂੰ ਲੈ ਕੇ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰ ਲੈਣ। ਕਿਉਂਕਿ ਹੋਰ ਕਿਸੇ ਜੂਨ ਵਿੱਚ ਭਗਤੀ ਕਰ ਨਹੀਂ ਸਕਦੇ, ਹੋਰ ਕਿਸੇ ਜੂਨ ਵਿੱਚ ਸੰਗਤ ਕਰ ਨਹੀਂ ਸਕਦੇ, ਹੋਰ ਕਿਸੇ ਜੂਨ ਵਿੱਚ ਸਤਿਗੁਰ ਦੀ ਬਾਣੀ ਪੜ੍ਹ ਨਹੀਂ ਸਕਦੇ, ਜਿਹਦੇ ਵਿੱਚ ਸਾਰਾ ਗਿਆਨ ਸਾਨੂੰ ਬਖਸ਼ਿਸ਼ ਕੀਤਾ। ਤਾਂ ਹੀ ਗੁਰਬਾਣੀ ਦੇ ਵਿੱਚ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਨੇ, ਕਹਿੰਦੇ ਆ ਮਾਇਆ ਮੋਹ ਸਰੀਰ ਹਰ ਕੀਆ, ਵਿੱਚ ਦੇਹੀ ਮਾਨੁਖ ਭਗਤ ਕਰਾਈ। ਇਹ ਮਨੁੱਖਾ ਜਨਮ ਜਿਹਦੇ ਵਿੱਚ ਭਗਤੀ ਕਰਨੀ, ਜਿਹਦੇ ਵਿੱਚ ਅਸੀਂ ਸਿਮਰਨ ਕਰਨਾ।
ਤੇ ਜੇ ਹੁਣ ਆਪਾਂ ਸਿਮਰਨ ਕਰਦੇ ਹਾਂ ਜਿਸ ਮਕਸਦ ਵਾਸਤੇ ਮਿਲੀ ਆ, ਤੇ ਫਿਰ ਪਾਤਸ਼ਾਹ ਸਾਨੂੰ ਸਮਝਾਉਂਦੇ ਆ ਮਾਨਸ ਜਨਮ ਦਾ ਲਾਹਾ ਲੈ ਜਾਂਦੇ ਆ। ਤਾਂ ਹੀ ਤਾਂ ਸਾਨੂੰ ਵਾਰ-ਵਾਰ ਸਮਝਾਉਂਦੇ ਆ, ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ। ਇਹ ਜਨਮ ਦਾ ਲਾਹਾ ਇਹੀ ਹੈ ਵੀ ਸਿਮਰਨ ਅਭਿਆਸ ਕਰੋ। ਬਾਕੀ ਕਰਮ ਜੇ ਕਰਦੇ ਆ ਉਹ ਤਾਂ ਦੂਜੀਆਂ ਜੂਨਾਂ ਵੀ ਕਰੀ ਜਾਂਦੀਆਂ ਨੇ, ਸਾਡੇ ਤੋਂ ਜ਼ਿਆਦਾ ਕਰਦੀਆਂ ਨੇ। ਆਪਾਂ ਨੂੰ ਹੁਣ ਗੁਰਬਾਣੀ ਵਿੱਚ ਸਮਝਾ ਦਿੱਤਾ। ਆਪਾਂ ਦੇਖਦੇ ਹਾਂ ਪਸ਼ੂ ਆ, ਅਸੀਂ ਤਾਂ ਇੱਕ ਕਰਮ ਕਰਦੇ ਹੋ, ਕਈ ਕਰਮ ਕਰਦੇ ਨੇ। ਆਪਾਂ ਨੂੰ ਹੁਣ ਗੁਰਬਾਣੀ ਵਿੱਚ ਪਾਤਸ਼ਾਹ ਸਮਝਾਉਂਦੇ, ਦੇਖੋ ਗਿਆਨ ਇੱਕ ਤੁਹਾਨੂੰ ਮਾਨਸ ਜਨਮ ਵਿੱਚ ਸਭ ਤੋਂ ਜ਼ਿਆਦਾ ਦਿੱਤਾ ਆ, ਤੇ ਦੇਖਣਾ ਇਹਦੇ ਵਿੱਚ ਅਸੀਂ ਲਾਹਾ ਲੈ ਰਹੇ ਹਾਂ ਕਿ ਨਹੀਂ ਲੈ ਰਹੇ। ਤੇ ਲਾਹਾ ਤਾਂ ਇੱਕ ਹੀ ਆ ਜਿਹੜਾ ਆਪਾਂ ਨੂੰ ਗੁਰਬਾਣੀ ਵਿੱਚ ਪਾਤਸ਼ਾਹ ਸਮਝਾਉਂਦੇ ਆ, ਜਗ ਮੈਂ ਲਾਹਾ ਏਕ ਨਾਮ ਪਾਈਐ ਗੁਰ ਵਿਚਾਰ। ਗੁਰੂ ਦੀ ਮੱਤ ਲੈ ਕੇ ਵਿਚਾਰ ਕਰਕੇ ਇੱਕ ਨਾਮ ਲਾਹਾ ਹੈ ਜਿਹੜਾ ਅਸੀਂ ਲੈਣਾ ਸੰਸਾਰ ਦੇ ਵਿੱਚ ਆ ਕੇ। ਤਾਂ ਹੀ ਆਪਾਂ ਨੂੰ ਗੁਰਬਾਣੀ ਵਿੱਚ ਪਾਤਸ਼ਾਹ ਸਮਝਾਉਂਦੇ ਆ, ਪ੍ਰਾਣੀ ਤੂੰ ਆਇਆ ਲਾਹਾ ਲੈਣ। ਇਹ ਸੰਸਾਰ ਦੇ ਵਿੱਚ ਆਇਆ ਹੈ, ਮਨੁੱਖਾ ਜਨਮ ਵਿੱਚ ਆਇਆ ਕੀ ਕਰਨਾ ਆ? ਲਾਹਾ ਲੈਣ ਵਾਸਤੇ ਆਇਆ। ਲੱਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਸਮਾਂ ਮੁੱਕਦਾ ਜਾ ਰਿਹਾ। ਰਹਿਣ ਤਾਂ ਕਿਹਾ ਕਿਉਂਕਿ ਜਦੋਂ ਜੀਵ ਸੌਂ ਜਾਂਦਾ ਹੈ ਨਾ, ਉਹ ਰਾਤ ਸਮੇਂ ਹੀ ਸੌਂਦਾ ਆ ਵੀ ਰਾਤ ਪੈ ਗਈ ਹੁਣ ਸੌਂ ਜੀਏ। ਤੇ ਆਪਾਂ ਦੇਖੀਏ ਸਾਡੇ ਵਾਸਤੇ ਤਾਂ ਸਦਾ ਹੀ ਰਾਤ, ਜੇ ਆਪਾਂ ਗੁਰੂ ਦੀ ਮੱਤ ਨਹੀਂ ਲੈਂਦੇ। ਸੁੱਤੇ ਹੋਏ ਕਿਵੇਂ ਸੁੱਤੇ ਆ? ਇਹ ਮਾਇਆ ਦੇ ਵਿੱਚ, ਜਿਹਨੂੰ ਪਾਤਸ਼ਾਹ ਕਹਿੰਦੇ 30 ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਸੁੱਤਿਆਂ ਪਿਆ ਨਾ ਸਾਨੂੰ ਦਿਖਦਾ ਆ, ਨਾ ਅਸੀਂ ਸੁਣਦੇ ਆ, ਤੇ ਨਾ ਹੀ ਅਸੀਂ ਉਸ ਮਾਲਿਕ ਨਿਰੰਕਾਰ ਦੀ ਉਸਤਤ ਕਰਦੇ ਆ। ਮਾਰੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ, ਉਹਨਾਂ ਚਿਰ ਸਾਨੂੰ ਸੁਣਨਾ ਨਹੀਂ, ਉਹਨਾਂ ਚਿਰ ਸਾਨੂੰ ਦਿਸਣਾ ਨਹੀਂ, ਜਿੰਨਾ ਚਿਰ ਅਸੀਂ ਜਾਗਦੇ ਨਹੀਂ। ਤਾਂ ਹੀ ਗੁਰਬਾਣੀ ਵਿੱਚ ਪਾਤਸ਼ਾਹ ਨੇ ਜਾਗਣ ਦਾ ਆਪਾਂ ਨੂੰ ਤਰੀਕਾ ਦੱਸਿਆ, ਜੋ ਗੁਰਮੁਖਾਂ ਨੇ ਆਪਾਂ ਨੂੰ ਇਹ ਗਿਆਨ, ਇਹ ਸੋਝੀ ਸਤਿਗੁਰ ਦੀ ਬਾਣੀ ਦੇ ਦਿੱਤੀ ਆ। ਸੁਤੜੇ ਅਸੰਖ ਮਾਇਆ ਝੂਠੀ ਕਾਰਨ ਹੈ, ਨਾਨਕ ਸੇ ਜਾਗਨ ਜੇ ਰਸਨਾ ਨਾਮ ਉਚਾਰਨ ਹੈ। ਉਹ ਜਾਗਦੇ ਨੇ ਜਿਹੜੇ ਰਸਨਾ ਦੁਆਰਾ ਸਿਮਰਨ ਕਰਦੇ ਨੇ, ਅਭਿਆਸ ਕਰਦੇ ਨੇ। ਤੇ ਆਪਾਂ ਨੂੰ ਵਾਰ-ਵਾਰ ਗੁਰਮੁਖਾਂ ਨੇ ਗਿਆਨ ਦਿੱਤਾ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਇਹ ਮਨ ਨੂੰ ਜਗਾਓ ਤਾਂ ਕਿ ਇਹ ਦੇਖੇ ਮਾਲਕ ਦੂਰ ਨਹੀਂ ਨੇੜੇ ਵਸਦਾ, ਤੁਹਾਨੂੰ ਆਵਾਜ਼ ਦੇ ਰਿਹਾ, ਆਵਾਜ਼ ਦੇ ਕੇ ਜਗਾ ਰਿਹਾ। ਜਿਹੜਾ ਆਪਾਂ ਨੂੰ ਗੁਰਬਾਣੀ ਵਿੱਚ ਸਮਝਾਉਂਦੇ ਨੇ, ਜਿਹੜੇ ਗੁਰਮੁਖ ਨੇ ਉਹ ਆਵਾਜ਼ ਨੂੰ ਸੁਣ ਕੇ ਜਾਗ ਜਾਂਦੇ ਨੇ ਤੇ ਦੇਖ ਵੀ ਲੈਂਦੇ ਨੇ। ਜਿਹੜਾ ਪਾਤਸ਼ਾਹ ਕਹਿੰਦੇ ਧੁਨ ਉਪਜੈ ਸ਼ਬਦ ਜਗਾਇਆ, ਉਹ ਸਾਨੂੰ ਜਗਾ ਰਿਹਾ ਧੁਨ ਰਾਹੀਂ, ਸ਼ਬਦ ਰਾਹੀਂ। ਜਿਹੜੇ ਗੁਰਮੁਖ ਇਹ ਵਿਧੀ ਤਰੀਕੇ ਦੇ ਨਾਲ ਉਸ ਆਵਾਜ਼ ਨੂੰ ਸੁਣ ਲੈਂਦੇ ਨੇ, ਉਹਨਾਂ ਨੂੰ ਦਿਸਣਾ ਵੀ ਸ਼ੁਰੂ ਹੋ ਜਾਂਦਾ। ਤੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਆਪਾਂ ਨੂੰ ਗਿਆਨ ਦਿੱਤਾ, ਸਾਨੂੰ ਸੋਝੀ ਦਿੱਤੀ ਵੀ ਅਸੀਂ ਸ਼ਬਦ ਨੂੰ ਸੁਣ ਕੇ ਉਸ ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰ ਲਿਆ। ਅਸੀਂ ਉਹ ਸ਼ਬਦ ਨੂੰ ਸੁਣ ਕੇ ਉਸ ਮਾਲਕ ਨਿਰੰਕਾਰ ਨੂੰ ਦੇਖ ਲਿਆ, ਜਾਣ ਲਿਆ। ਜਿਹਦੀ ਪਰਥਾਇ ਆਪਾਂ ਨੂੰ ਸਮਝਾਉਂਦੇ ਆ, ਸ਼ਬਦ ਮਿਲੈ ਤਾਂ ਹਰ ਮਿਲੈ। ਜਦੋਂ ਅਸੀਂ ਉਸ ਨੂੰ ਸੁਣ ਲੈਂਦੇ ਆ, ਉਸ ਆਵਾਜ਼ ਨੂੰ ਸੁਣ ਕੇ ਫਿਰ ਆਪਾਂ ਉਸ ਮਾਲਕ ਨਿਰੰਕਾਰ ਦੇ ਸਨਮੁਖ ਹੋ ਜਾਂਦੇ ਆ। ਤਾਂ ਹੀ ਆਪਾਂ ਨੂੰ ਵੀ ਗੁਰਬਾਣੀ ਵਿੱਚ ਪਾਤਸ਼ਾਹ ਸਮਝਾਉਂਦੇ, ਜਿਹੜੇ ਹਰੀ ਦੇ ਜਨ ਨੇ ਉਹ ਸੁਣ ਕੇ ਉਹਦੇ ਵਿੱਚ ਸਮਾ ਜਾਂਦੇ ਨੇ, ਜਨਮ ਮਰਨ ਖੰਡਨ ਕਰ ਲੈਂਦੇ ਨੇ, ਮਾਲਕ ਨਿਰੰਕਾਰ ਦੇ ਨਾਲ ਮਿਲਾਪ ਕਰ ਲੈਂਦੇ ਨੇ। ਰੋਜ਼ ਪਾਤਸ਼ਾਹ ਦੇ ਬਚਨ ਪੜ੍ਹ ਰਹੇ ਹਾਂ, ਹਰ ਜਨ ਹਰ ਹਰ ਨਾਮ ਸਮਾਣੇ। ਨਾਮ ਕੀ? ਉਸ ਮਾਲਕ ਨਿਰੰਕਾਰ ਦੀ ਆਵਾਜ਼, ਸ਼ਬਦ। ਦੁੱਖ ਜਨਮ ਮਰਨ ਭਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਇਸ ਕਰਕੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਆ ਉਹਨਾਂ ਤੋਂ ਗਿਆਨ ਲੈ ਕੇ, ਸੋਝੀ ਲੈ ਕੇ ਉਸ ਮਾਰਗ ਨੂੰ ਅਪਣਾਈਏ, ਇਹ ਬੰਧਨਾਂ ਤੋਂ ਆਜ਼ਾਦ ਹੋ ਜਾਈਏ। ਜਿਹੜੇ ਬੰਧਨ ਨੇ ਸਾਡੇ ਇਹ ਤ੍ਰੈ ਗੁਣਾਂ ਦੇ, ਇਹਨਾਂ ਨੂੰ ਪਾਤਸ਼ਾਹ ਨੇ ਮੁਕਤ ਹੋਣ ਦਾ ਆਪਾਂ ਨੂੰ ਤਰੀਕਾ ਦੱਸਿਆ। ਇਹਨਾਂ ਤ੍ਰੈ ਗੁਣਾਂ ਤੋਂ, ਇਹਨਾਂ ਬੰਧਨਾਂ ਤੋਂ ਆਜ਼ਾਦ ਹੋ ਜਾਓ। ਗੁਰੂ ਦੇ ਸ਼ਬਦ ਨੇ ਤੁਹਾਨੂੰ ਆਜ਼ਾਦ ਕਰਾ ਦੇਣਾ। ਜਿਹਦੀ ਪਰਥਾਇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ, ਤ੍ਰੈ ਬਿਧ ਬੰਧਨ ਟੂਟਹਿ ਗੁਰ ਸ਼ਬਦੀ, ਗੁਰ ਸ਼ਬਦੀ ਮੁਕਤ ਕਰਾ ਵੜਿਆ। ਆਓ ਸਾਰੇ ਆਪਾਂ ਮੁਕਤ ਹੋਣਾ, ਆਓ ਆਪਾਂ ਸਾਰਿਆਂ ਨੇ ਆਜ਼ਾਦ ਹੋਣਾ, ਇਹਨਾਂ ਬੰਧਨਾਂ ਨੂੰ ਤੋੜਨਾ। ਉਹਦੇ ਵਾਸਤੇ ਗੁਰੂ ਦਾ ਸ਼ਬਦ ਫਿਰ ਆਪਾਂ ਦ੍ਰਿੜ ਕਰਨਾ, ਸਾਰਿਆਂ ਨੇ ਢਿੱਲ ਨਹੀਂ ਕਰਨੀ। ਸਾਰੇ ਕਰੋ ਸ਼ੁਰੂ ਜੀ। ਇਹ ਆਪਾਂ ਕਰਨਾ ਸਿਮਰਨ ਕਰਦਿਆਂ ਹੋਇਆ ਹੌਲੀ ਹੌਲੀ ਆਪ ਹੀ ਮੱਧਮ
फिर अंतरगत इन्ना सहज विच करना कि अपनी आवाज़ आप ही सुने, किसी दूसरे नूं ना सुने। हौली हौली आप अंतरगत हो जाना। सो आओ सारे करो शुरू जी। वाहिगुरू 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 वाहिगुरू। वाहिगुरू जी का खालसा वाहिगुरू जी की फतेह। गुरमुख आपां सुनना शब्द नूं, उहदे वास्ते आपां कोशिश करनी है ये शब्द विच समा के जिथे ये पौन समा जाती ना उत्थे आसन लाउणा। आपां देखना जदों सवास अंदर लैने आ ये नाभ तक जांदा है। कोशिश करिए कि आपां एक सवास के अंदर ही इत्थे आसन लग जाए। साडा मुख तो वाहे दी उचारण कीता, हिरदे तक जांदियां मध्यम बाणी में लै जाइए, नाभ तक जांदियां अंतरगत आपां बैठ जाइए जाके, क्योंकि इत्थे बैठ के ही आपां एक सिरे ते शब्द नूं सुनना शुरू कर देंगे। इत्थे बैठ के ही आपां धुन नूं सुनना शुरू कर देंगे। इस करके कोशिश करिए आपां गुरु दे शब्द का आसरा लैके उस किनारे ते पहुँच जाइए, उस कंढे ते पहुँच जाइए जिथे बैठ के सानू फिर वो जहाज मिलना, वो शब्द गुरु का भेत आउणा जिस ते असीं सवारी करनी है, जिस ते सवार हो के असीं अपने घर नूं जाना। इस करके कोशिश करनी बड़ा थोड़ा जिहा श्वास नूं लंबा कर देना है। जे इत्थे बैठ जांदा इनू इत्थे बिठा लेना, नहीं तो वार वार इनू दो सिरियां दा ज्ञान दे जाना। जदों श्वास गगन आउंदा जिथों अपने पौण बाहर नूं आ जांदी, ये दूसरा सिरा इसनूं कह दिता है। यह दोहां सिरियां दा ज्ञान ही आपां नूं समझा दिता है। वो मालिक निरंकार जिस दा आपां नूं गुरबाणी विच भेज दे रहा है, दोहां सिरियां का आप स्वामी खेलै बिकसै अंतरजामी। ये उस मालिक निरंकार दा खेल इन्हां दोहां सिरियां दे विचाले ही चलदा है। आपां नूं गुरबाणी विच पातशाह समझाउंदे आ, आपां ये शब्द द्वारा इन्हां सिरियां दा ज्ञान लेना, इन्हां भेद लेना, ताकि इत्थे बैठ के असीं इंतजार करिए उस शब्द दा। जिवें जिवें मन साडा इत्थे बैठदा जाएगा, ये शब्द नूं सुनना शुरू कर देगा।
ਸੋ ਆਓ ਬੜੇ ਪਿਆਰ ਦੇ ਨਾਲ ਆਪਾਂ, ਕਿਉਂਕਿ ਪਾਤਸ਼ਾਹ ਸਮਝਾਉਂਦੇ ਸੋਝੀ ਸਾਨੂੰ, ਗਿਆਨ ਸਾਨੂੰ ਉਸ ਸ਼ਬਦ ਦਾ ਕਰਾਉਣਾ। ਇਹ ਗੁਰੂ ਦੇ ਸ਼ਬਦ ਨੇ। ਜਿਹੜਾ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਇਹ ਸਾਨੂੰ ਪ੍ਰਾਪਤੀ ਕਰਾਉਣੀ ਗੁਰੂ ਦੇ ਸ਼ਬਦ ਨੇ। ਇਸ ਕਰਕੇ ਬੜੇ ਸਹਿਜ ਦੇ ਨਾਲ ਆਪਾਂ ਇਹ ਅਭਿਆਸ ਕਰੀਏ ਤਾਂ ਕਿ ਅੰਦਰੋਂ ਸੁਣਨਾ ਸ਼ੁਰੂ ਕਰੀਏ। ਆਪਾਂ ਸੁਣ ਕੇ ਇਸ ਕਾਲ ਦੇ ਬੰਧਨ ਤੋਂ ਆਜ਼ਾਦ ਹੋ ਜਾਈਏ। ਸੋ ਬੜੇ ਪਿਆਰ ਦੇ ਨਾਲ ਆਪਾਂ ਕਰਨਾ ਅਭਿਆਸ। ਸਰੀਰ ਨੂੰ ਢਿੱਲਾ ਛੱਡ ਦੇ, ਬਿਲਕੁਲ ਇਹਦੇ ਵਿੱਚ ਧਿਆਨ ਨਾ ਰਹੇ ਸਾਡਾ। ਮਨ ਦਾ ਨਾਭ ਤੇ ਆਸਣ ਲਵਾ ਦੇਣਾ। ਜੇ ਉੱਠਦਾ ਫਿਰ ਗੁਰੂ ਦੀ ਆਵਾਜ਼ ਦੇਣੀ, ਨਹੀਂ ਤਾਂ ਬੈਠੇ ਰਹਿਣਾ ਇੱਥੇ। ਆਪਾਂ ਏਕ ਦਰ ਹੈ, ਕਿਨਾਰਾ ਹੈ, ਤੇ ਆਪਾਂ ਨੂੰ ਕਹਿੰਦੇ ਇਸ ਤਰੀਕੇ ਨਾਲ ਆਸਣ ਲਾ ਲਿਓ ਜਿਵੇਂ ਸਾਧੂ ਜਨ ਧੂਣੀ ਬਾਲ ਕੇ ਨਹੀਂ ਬੈਠ ਜਾਂਦੇ ਦਰ ਤੇ, ਵੀ ਜਿੰਨਾ ਚਿਰ ਉਹ ਮਿਲਿਆ ਨਾ ਕੋਈ ਸਾਨੂੰ, ਉਨ ਚਿਰ ਅਸੀਂ ਉੱਠਣਾ ਨਹੀਂ ਇੱਥੋਂ। ਇਸੇ ਤਰ੍ਹਾਂ ਹੀ ਆਪਾਂ ਵੀ ਕੋਸ਼ਿਸ਼ ਕਰਨੀ, ਕਿਉਂਕਿ ਗੁਰਬਾਣੀ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਜੇ ਸਾਡਾ ਇੱਥੇ ਆਸਣ ਲੱਗ ਗਿਆ ਤੇ ਅਸੀਂ ਸ਼ਬਦ ਦਾ ਭੇਤ ਲੈ ਲਾਂਗੇ, ਜਿਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾਉਂਦੇ, ਨਾਭ ਪਾਵਨ ਕਰ ਆਸਣ ਬੈਸੈ, ਗੁਰਮੁਖ ਹੋਇ ਸੋ ਤਤ ਲਹੈ। ਇੱਥੇ ਬਿਠਾਉਣਾ ਆ ਮਨ ਨੂੰ ਆਪਾਂ। ਇੱਕ ਆਪਾਂ ਸਾਧੂ ਦੀ ਤਰ੍ਹਾਂ ਇੱਥੇ ਬੈਠੇ ਰਹਿਣਾ, ਇੱਕ ਉਸ ਕੂਕਰ ਦੀ ਤਰ੍ਹਾਂ ਇੱਥੇ ਬੈਠੇ ਰਹਿਣਾ ਜਿਹੜਾ ਉਹ ਦਰ ਨਹੀਂ ਛੱਡਦਾ, ਤੇ ਫਿਰ ਮਾਲਕ ਨਿਰੰਕਾਰ ਤੋਂ ਕੁਝ ਨਾ ਕੋਈ ਪ੍ਰਾਪਤੀ ਹੋ ਜਾਂਦੀ, ਉਸਨੂੰ ਭੋਜਨ ਮਿਲ ਜਾਂਦਾ। ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਕਰੀਏ, ਵਾਰ ਵਾਰ ਅਭਿਆਸ ਕਰਕੇ ਇੱਥੇ ਮਨ ਨੂੰ ਬਿਠਾਈਏ ਤਾਂ ਕਿ ਸਾਡੀ ਵੀ ਸਮਾਧੀ ਲੱਗ ਜੇ, ਮਨ ਸਾਡਾ ਇੱਥੇ ਬਹਿ ਜੇ, ਸ਼ਬਦ ਦਾ ਭੇਤ ਲੈ ਲੇ। ਜੇ ਸ਼ਬਦ ਦੀ ਪਹਿਚਾਨ ਕਰਕੇ ਗੁਰਬਾਣੀ ਵਿੱਚ ਆਪਾਂ ਨੂੰ ਦੱਸਿਆ, ਗੁਰਮੁਖ ਜੀਵੈ ਮਰੈ ਪਰਵਾਨ, ਆਰ ਜਾਣਾ ਸੀਜੈ ਸ਼ਬਦ ਪਛਾਣ। ਪਛਾਣ ਕਰਨੀ ਆਪਾਂ। ਆਓ ਸਾਰੇ ਕਰੋ ਸ਼ੁਰੂ ਜੀ।